मेरा गुणवगण न विचारो कोई, मट्टी का क्या तोपै स्वामी। मानस की गते कोट पराध हमारे खंडो, अनेक विधि समझावो। हम अज्ञान अल्प मत थोरी, तुम आपन विरद रखावो। सो कहो टल गुर सेवियै, अहनस सहज सुपाए। दर्शन परसे गुरु के, जन्म मरण दुख जाए। सज्जन सच्चा पातशाह, सिर शाह दे शाहो। जिस पास बैठिया सोहिए, सबना दा विसाहो। सतनाम। श्री वाहिगुरु साहिब जी। सोरठ महला पहला। जिस जल निद कारण तुम जग आए, सो अमृत गुर पाही जियो। छोड़ो वेश भेख चतुराई, दुबिधा एहो फल नाही जियो। जिस जल निद कारण तुम जग आए, सो अमृत गुर पाही जियो। छोड़ो वेश भेख चतुराई, दुबिधा एहो फल नाही जियो। मन रे थिर रहो मत कत जाही जियो। बाहर ढूंढत बहुत दुख पावह, कार्य अमृत घट माही जियो। रहाओ अवगुण छोड़ गुणा को ताव हो। कर अवगुण पशुताही जियो। सारे आप सार की सार ना जान है, फिर कीच बुढ़ाही जियो।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਮਤ ਕਰਕੇ ਜਿੱਥੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕੀਤਾ ਹੈ, ਉੱਥੇ ਤਨ ਦੀ ਤੰਦਰੁਸਤੀ ਔਰ ਮਨ ਦਾ ਸੋਹਣਾ ਉਦਮ ਬਖਸ਼ਿਸ਼ ਕਰਕੇ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਰੋਜ਼ਾਨਾ ਦੀ ਮਰਿਆਦਾ ਦੇ ਤਹਿਤ ਆਪਾਂ ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਤਸ਼ਾਹ ਜੀਆਂ ਦਾ ਇਹ 9ਵਾਂ ਸ਼ਬਦ ਹੈ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਮ ਦੀ ਦੁਨੀਆ ਵਿੱਚ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਉਹਨੂੰ ਰਹਾਉਬੰਦ ਵਿੱਚ ਆਧਾਰ ਬਣਾ ਕੇ ਸਤਿਗੁਰੂ ਜੀ ਸ਼ਬਦ ਉਚਾਰਨ ਕਰ ਰਹੇ ਹਨ। ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਸਭ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਜੁੜ ਬੈਠੇ ਹੋ ਜਾਂ ਦੂਰ ਦੁਰਾਡੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਟੈਲੀਵਿਜ਼ਨ ਦੇ ਰਾਹੀਂ ਸਤਿਗੁਰੂ ਜੀਆਂ ਦੇ ਸੁਰਤੀ ਕਰਕੇ ਚਰਨ ਪਰਸ ਰਹੇ ਹੋ, ਇੱਕ ਵਾਰ ਲਵਾਓ ਹਾਜ਼ਰੀ, ਅਸੀਸ ਬਖਸ਼ੋ,
ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਬੋਲਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਬੋਲਣ ਦੀ ਸਮਰੱਥਾ 84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਬਹੁਤ ਸ਼ਕਤੀ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਕੁਝ ਜੀਵ ਜੰਤੂ ਪੰਛੀ ਵੀ ਬੋਲਦੇ ਨੇ, ਪਰ ਸਾਧ ਸੰਗਤ ਉਹ ਸਿਖਾਏ ਹੋਏ ਬੋਲਦੇ ਨੇ। ਕੁਝ ਪੰਛੀਆਂ ਨੂੰ ਜਿੰਨੇ ਅੱਖਰ ਸਿਖਾ ਦਿਓ ਉਹ ਕਈ ਵਾਰ ਸਾਡੀ ਭਾਸ਼ਾ ਵੀ ਬੋਲਣ ਲੱਗ ਪੈਂਦੇ ਨੇ। ਪੰਛੀ ਵੀ ਆਪਸ ਵਿੱਚ ਆਪਣੀ ਬੋਲੀ ਵਿੱਚ ਗੱਲਾਂ ਕਰਦੇ ਨੇ, ਪਰ ਸਾਧ ਸੰਗਤ 84 ਲੱਖ ਜੂਨਾਂ ਵਿੱਚੋਂ ਮਨੁੱਖ ਜਾਤੀ ਇਸ ਤਰ੍ਹਾਂ ਦੀ ਅਕਾਲ ਪੁਰਖ ਰੱਬ ਨੇ ਬਣਾਈ ਹੈ ਜਿਹਨੇ ਬੋਲਣ ਵਿੱਚ ਸਮਰੱਥਾ ਰੱਖੀ ਹੈ ਔਰ ਬੋਲਣ ਵਿੱਚ ਬਹੁਤ ਜ਼ਬਰਦਸਤ ਤਰੱਕੀ ਕੀਤੀ ਹੈ। ਦੁਆਪਰ ਯੁੱਗ ਅੰਦਰ ਸ਼੍ਰੀ ਕ੍ਰਿਸ਼ਨ ਜੀਆਂ ਦੇ ਵੇਲੇ ਜਿਹੜੇ ਪੰਛੀ ਕਾਂ ਉਦੋਂ ਕਾਉਂ ਕਾਉਂ ਕਰਦੇ ਸੀ, ਹੁਣ ਵੀ ਉਸੇ ਤਰ੍ਹਾਂ ਬੋਲਦੇ ਨੇ। ਤ੍ਰੇਤੇ ਯੁੱਗ ਦੇ ਅੰਦਰ ਯੁੱਗ ਲੰਘ ਗਏ, ਸਦੀਆਂ ਲੰਘ ਗਈਆਂ, ਜਿਵੇਂ ਸਾਧ ਸੰਗਤ ਘੁੱਗੀਆਂ ਵਟੇਰੇ ਬੋਲਦੇ ਸੀ, ਚਿੜੀਆਂ ਚੀਂ ਚੀਂ ਕਰਦੀਆਂ ਸੀ, ਹੁਣ ਵੀ ਉਹੀਓ ਭਾਸ਼ਾ 'ਚ ਬੋਲਦੀਆਂ ਨੇ। ਬੰਦੇ ਨੇ ਬੜੀ ਜ਼ਬਰਦਸਤ ਤਰੱਕੀ ਕੀਤੀ ਹੈ। ਇਹਨੇ ਸਾਧ ਸੰਗਤ ਅਨੇਕਾਂ ਸੈਂਕੜੇ ਭਾਸ਼ਾਵਾਂ ਸਿੱਖ ਲਈਆਂ ਨੇ ਬੋਲਣ ਦੀ। ਔਰ ਬੰਦੇ ਦੀ ਭਾਸ਼ਾ ਜਿਹੜੀ ਹੈ, ਪੰਛੀਆਂ ਦੀ ਭਾਸ਼ਾ ਦੂਜੇ ਦੇਸ਼ ਵਿੱਚ ਵੀ ਇਸ ਤਰ੍ਹਾਂ ਦੀ ਹੈ। ਬੰਦੇ ਦੀ ਭਾਸ਼ਾ ਹਰ 150 ਕਿਲੋਮੀਟਰ ਤੋਂ ਬਾਅਦ ਬਦਲ ਜਾਂਦੀ ਹੈ। ਇੱਕ ਬੰਦਾ 5-5 10-10 ਭਾਸ਼ਾਵਾਂ ਬੋਲ ਲੈਂਦਾ ਹੈ। ਹੁਣ ਆਪਣੇ ਬੱਚੇ ਪੰਜਾਬੀ, ਹਿੰਦੀ, ਇੰਗਲਿਸ਼, ਫਰੈਂਚ ਕਿੰਨੀਆਂ ਭਾਸ਼ਾਵਾਂ ਸਿੱਖਦੇ ਨੇ ਜਿਹੜੇ ਬਾਹਰ ਜਾਂਦੇ ਨੇ। ਇਸ ਤਰ੍ਹਾਂ ਬੰਦੇ ਨੇ ਬੋਲਣ ਵਿੱਚ ਬਹੁਤ ਤਰੱਕੀ ਕੀਤੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਬੋਲਣਾ ਕਿਹੜਾ ਪ੍ਰਵਾਨ ਹੈ ਕਿ ਬਹੁਤੀਆਂ ਭਾਸ਼ਾਵਾਂ ਸਿੱਖ ਲੈਣੀਆਂ ਬਹੁਤ ਵੱਡੀ ਗੱਲ ਹੈ, ਕਿ ਬਹੁਤ ਕੁਝ ਇੰਗਲਿਸ਼ ਵਿੱਚ ਜਾਂ ਹੋਰ ਭਾਸ਼ਾਵਾਂ ਵਿੱਚ ਬੋਲਣਾ ਆ ਜਾਣਾ ਇਹ ਕੋਈ ਬਹੁਤ ਵੱਡੀ ਤਰੱਕੀ ਹੈ। ਪਾਤਸ਼ਾਹ ਨੇ ਬਚਨ ਕਿਹਾ, ਕਹਿੰਦੇ ਭਾਈ ਨਹੀਂ, ਬੋਲਿਆ ਹੋਇਆ ਕਿਹੜਾ ਪ੍ਰਵਾਨ ਹੈ, ਉਹ ਗੁਰੂ ਕੋਲੋਂ ਸਿੱਖ। ਤੂੰ ਬਹੁਤ ਭਾਸ਼ਾਵਾਂ ਸਿੱਖ ਲਈਆਂ, ਕੋਈ ਮਹਾਨ ਨਹੀਂ ਬਣ ਗਿਆ। ਚੰਗੀ ਗੱਲ ਹੈ, ਭਾਸ਼ਾਵਾਂ ਦਾ ਇਲਮ ਹੋਣਾ ਚਾਹੀਦਾ, ਦੂਜੀਆਂ ਲੈਂਗੁਏਜ ਸਿੱਖਣੀਆਂ ਚਾਹੀਦੀਆਂ ਨੇ, ਪਰ ਸਾਧ ਸੰਗਤ ਜਿਹੜੀ ਗੱਲ ਗੁਰੂ ਦੇ ਦਰ ਤੇ ਰੱਬ ਨੂੰ ਪ੍ਰਵਾਨ ਹੈ, ਉਹ ਪਾਤਸ਼ਾਹ ਨੇ ਕਿਹਾ ਉਹ ਕੁਝ ਬੋਲਣਾ ਸਿੱਖ, ਜਿਹੜਾ ਬੋਲਣਾ ਤੈਨੂੰ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਾਵੇ। ਉਹ ਬੋਲਣਾ ਸਿੱਖ ਜਿਹਦੇ ਬੋਲਣ ਨਾਲ ਦਰਗਾਹ ਵਿੱਚ ਵੀ ਤੇਰੀ ਪੱਤ ਹੋਵੇ। ਬਾਬਾ ਬੋਲੇ ਪੱਤ ਹੋਏ, ਉਤਮ ਸੇ ਦਰ ਉਤਮ ਕਹੀਏ, ਨੀਚ ਕਰਮ ਮੈਂ ਰੋਏ। ਉਹ ਕੁਝ ਬੋਲ ਭਾਈ ਜਿਹਦੇ ਬੋਲਣ ਨਾਲ ਦਰਗਾਹ ਵਿੱਚ ਵੀ ਤੇਰੀ ਪੱਤ ਹੋਵੇ। ਇਸ ਤਰ੍ਹਾਂ ਬੋਲਣਾ ਗੁਰੂ ਕੋਲੋਂ ਸਿੱਖ, ਜਿਹੜਾ ਤੇਰਾ ਬੋਲਿਆ ਹੋਇਆ ਥਾਂ ਪਵੇ ਦਰਗਾਹ ਵਿੱਚ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਬਚਨ ਕਿਹਾ, ਸੰਤ ਮਿਲੇ ਕਿਛ ਸੁਣੀਐ ਕਹੀਐ। ਬੋਲਿਆ ਕਰ ਕੋਈ ਰੱਬ ਦੇ ਸਾਧੂ ਮਿਲਣ, ਚੰਗੀ ਗੱਲ ਬੋਲ। ਮਿਲਿਆ ਸੰਤ ਮਸਟ ਕਰ ਰਹੀ ਐ, ਬਾਬਾ ਬੋਲੇ ਪਤ ਹੋਏ, ਚੰਗਾ ਬੋਲ। ਕਿਉਂਕਿ ਰੱਬ ਦਾ ਇਹ ਵਡਿਆਈ ਹੈ ਕਿ ਉਹ ਮਿੱਠ ਬੋਲੜ ਹੈ। ਤੇਰੀ ਰਸਨਾ ਵੀ ਮਿੱਠਾ ਬੋਲੇ, ਤੂੰ ਦਰਗਾਹ ਵਿੱਚ ਮਾਣ ਪਾਏਗਾ। ਇਸ ਰਸਨਾ ਤੋਂ ਫਿੱਕਾ ਨਾ ਬੋਲ। ਜੇ ਤੂੰ ਬੋਲਣਾ ਨਾ ਸਿੱਖਿਆ, ਫਿਰ ਪਾਤਸ਼ਾਹ ਨੇ ਬਚਨ ਕਿਹਾ, ਫਿੱਕਾ ਬੋਲ ਵੇ ਗੁੱਚਣਾ, ਸੁਣ ਮੂਰਖ ਮਨ ਆ ਜਾਣ। ਭਾਈ ਤੂੰ ਕੌੜਾ ਬੋਲਦਾ ਰਹੇਗਾ, ਫਿੱਕਾ ਬੋਲਦਾ ਰਹੇਗਾ, ਝੂਠ ਬੋਲਦਾ ਰਹੇਗਾ, ਉਹਦੇ ਨਾਲ ਲੋਕ ਵਿੱਚ ਵੀ ਖੁਆਰ ਹੋਏਗਾ, ਪਰ ਲੋਕ ਵਿੱਚ ਵੀ ਖੁਆਰ ਹੋਏਗਾ। ਇਹਨੂੰ ਪਾਤਸ਼ਾਹ ਨੇ ਇੱਥੋਂ ਤੱਕ ਬਚਨ ਕਿਹਾ ਕਿ ਫਿੱਕੋ ਫਿੱਕਾ ਸਦੀਏ, ਫਿੱਕਾ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ, ਮੂੰਹ ਥੁੱਕਾਂ ਫਿੱਕੇ ਪਾਏ। ਉੱਥੇ ਰੱਬ ਦੀ ਦਰਗਾਹ ਵਿੱਚ ਫਿੱਕਾ ਮੂਰਖ ਆਖੀਐ, ਪਾਣਾ ਲਏ ਸਜਾਏ।
ਜੇ ਤੂੰ ਕੌੜਾ ਤੇ ਫਿੱਕਾ ਬੋਲਿਆ, ਰੱਬ ਦੀ ਦਰਗਾਹ ਵਿੱਚ ਪਾਣਾ ਲੈ ਸਜਾਏ ਦਾ ਅਰਥ ਪਤਾ ਕੀ ਹੈ? ਤੇਰੇ ਜੁੱਤੀਆਂ ਦੀ ਸਜ਼ਾ ਪਏਗੀ। ਜਿਹੜਾ ਕੋਈ ਬਹੁਤ ਮਾੜਾ ਹੋਵੇ ਉਹਨੂੰ ਕਹਿੰਦਾ ਤੇ ਜੁੱਤੀਆਂ ਮਾਰੋ, ਇੱਦਾਂ ਰੱਬ ਦੀ ਦਰਗਾਹ ਵਿੱਚ ਵੀ ਪਾਤਸ਼ਾਹ ਕਹਿੰਦੇ ਤੈਨੂੰ ਰੱਬ ਨੇ ਜ਼ੁਬਾਨ ਮਿੱਠ ਬੋਲੜੀ ਦਿੱਤੀ ਹੈ, ਤੂੰ ਕੌੜਾ ਬੋਲੇ, ਕਿਸੇ ਦਾ ਦਿਲ ਦੁਖਾਵੇਂ, ਫਿਰ ਸਜ਼ਾ ਵੇਖ ਤੈਨੂੰ ਕੀ ਮਿਲੇਗੀ। ਸਰੀਰ ਦੇ ਤਮਾਮ ਅੰਗ ਜਿਹੜੇ ਰੱਬ ਨੇ ਬਣਾਏ ਨੇ, ਸਰੀਰ ਘੜਨ ਲੱਗਿਆਂ ਹੱਡੀਆਂ ਪਾਈਆਂ ਨੇ, ਨੱਕ ਦੀ ਵੀ ਹੱਡੀ ਹੈ, ਕੰਨ ਦੀ ਵੀ ਹੱਡੀ ਹੈ, ਅੱਖ ਦੇ ਉੱਪਰ ਵੀ ਰੱਬ ਨੇ ਹੱਡੀ ਲਾਈ ਹੈ। ਸਰੀਰ ਦੇ ਹੱਥਾਂ ਦਾ ਇੱਕ ਇੱਕ ਪੋਟਾ ਹੱਡੀਆਂ ਨਾਲ ਗੁੰਦਿਆ ਪਿਆ ਹੈ, ਪਰ ਸਾਧ ਸੰਗਤ ਆ ਜਿਹੜੀ ਦੰਦਾਂ ਵਿੱਚ 32 ਦੰਦਾਂ ਵਿੱਚ ਜ਼ੁਬਾਨ ਹੈ, ਇਹ ਜੀਵ ਬਿਲਕੁਲ ਹੈ ਪਿਓਰ ਮਾਸ ਨਹੀਂ ਹੈ, ਇਹਦੇ ਵਿੱਚ ਹੱਡੀ ਨਹੀਂ ਭਾਈ। ਕਿਉਂ? ਤੂੰ ਨਰਮ ਬੋਲੇ, ਕਿਤੇ ਵੀ ਸਖਤ ਨਾ ਬੋਲੇ, ਕੌੜਾ ਨਾ ਬੋਲੇ। ਕੌੜਾ ਬੋਲਿਆ ਪ੍ਰਵਾਨ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਉਦਾਸੀ ਵਿੱਚ ਚਲਦਿਆਂ ਰਾਜੇ ਮਧਰੂ ਵੈਨ ਦੇ ਰਾਜ ਵਿੱਚ ਗਏ। ਉਹ ਬਹੁਤ ਬ੍ਰਹਮ ਰਾਜ ਉਹਨੇ ਤਿਆਰ ਕੀਤਾ, ਬੜੇ ਵੱਡੇ ਵੱਡੇ ਮੰਦਰ ਬਣਾਏ, ਅਦਭੁਤ ਮੂਰਤੀਆਂ ਬਣਾਈਆਂ। ਪਾਤਸ਼ਾਹ ਨੇ ਉਹਦੇ ਰਾਜ ਵਿੱਚ ਪੈਰ ਨਹੀਂ ਪਾਇਆ। ਉਹ ਰਾਜਾ ਤੀਜੇ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਆ ਕੇ ਮਿਲਦਾ ਹੈ ਔਰ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਜੀ ਮੇਰੇ ਰਾਜ ਵਿੱਚ ਚਰਨ ਪਾਓ। ਮਹਾਰਾਜ ਆ ਕੇ ਵੇਖੋ ਤਾਂ ਸਹੀ, ਮੈਂ ਮੰਦਰ ਕਿੰਨੇ ਸੋਹਣੇ ਬਣਾਏ ਨੇ, ਮੂਰਤੀਆਂ ਕਿਹੋ ਜਿਹੀਆਂ ਅਦਭੁਤ ਬਣਾਈਆਂ ਨੇ। ਮੇਰੇ ਰਾਜ ਵਿੱਚ 24 ਘੰਟੇ 8 ਪਹਿਰ ਹੋਮ ਜਗ ਤੀਰਥ ਤਪ ਪੂਜਾ ਪਾਠ ਚੱਲਦਾ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਰਾਜਨ ਕੋਈ ਗੱਲ ਨਹੀਂ, ਇਹ ਸਭ ਕੁਝ ਕਰਨ ਨਾਲ ਕੀ ਹੁੰਦਾ ਹੈ? ਇਹ ਤਾਂ ਕਾਗਜ਼ ਉੱਤੇ ਜੀਰੋਆਂ ਲਿਖਣ ਦੇ ਬਰਾਬਰ ਹੈ। ਜਿੰਨੀ ਦੇਰ ਇੱਕ ਧਰੇ ਅਸ਼ਟਾਂਗ ਨਾ ਹੋਏ, ਪਾਤਸ਼ਾਹ ਕਹਿੰਦੇ ਜਿੰਨੀ ਦੇਰ ਇੱਕ ਨਾ ਲਿਖਿਆ ਜਾਵੇ, ਜੀਰੋ ਦਾ ਕੀ ਮੁੱਲ ਪੈਂਦਾ? ਤੂੰ ਤਾਂ ਸ਼ੂਨਯ ਭਾਵ ਬਿੰਦੀਆਂ ਲਾ ਰਿਹਾ ਹੈ, ਧਰਮ ਦੇ ਕਰਮ ਸਭ ਕੁਝ ਸ਼ੂਨਯ ਹੈ। ਔਰ ਨਾਲ ਮਹਾਰਾਜ ਨੇ ਬਚਨ ਕਹੇ, ਚੱਲਾਂਗੇ ਤੇਰੇ ਰਾਜ ਵਿੱਚ, ਹੁਣ ਤੂੰ ਸਾਡੇ ਕੋਲ ਚੱਲ ਕੇ ਆਇਆ, ਅਸੀਂ ਤੇਰੇ ਕੋਲ ਚੱਲ ਕੇ ਜਾਵਾਂਗੇ। ਤੂੰ ਵੀ ਕੋਈ ਸੇਵਾ ਕਰਨੀ ਹੈ, ਪਹਿਲਾਂ ਅਸੀਂ ਕੋਈ ਸੇਵਾ ਕਰ ਲਈਏ। ਉਹ ਕਹਿੰਦਾ, ਮਹਾਰਾਜ ਸਾਧੂਆਂ ਦੀ ਸੇਵਾ ਮੈਨੂੰ ਕਰਨੀ ਚਾਹੀਦੀ ਹੈ, ਤੁਸੀਂ ਕੀ ਸੇਵਾ ਕਰਨੀ ਹੈ? ਪਾਤਸ਼ਾਹ ਨੇ ਕਿਹਾ, ਕੁਝ ਨਾ ਕੁਝ ਤੈਨੂੰ ਛਕਾਉਂਦੇ ਆ। ਹਜ਼ੂਰ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰਕੇ ਕਿਹਾ, ਮਰਦਾਨਿਆ ਆਹ ਦਰਖਤ ਦੇ ਪੱਤੇ ਤੋੜ ਕੇ ਲਿਆ ਬਈ ਰਾਜੇ ਨੂੰ ਖਿਲਾਈਏ। ਜਦੋਂ ਦਰਖਤ ਦੇ ਪੱਤੇ ਰਾਜੇ ਨੂੰ ਦਿੱਤੇ, ਲਓ ਰਾਜਨ ਸਾਡੇ ਕੋਲ ਆਏ ਹੋ, ਪਹਿਲਾਂ ਛਕੋ। ਹੁਣ ਰਾਜੇ ਨੇ ਜਿਵੇਂ ਹੀ ਉਹ ਪੱਤੇ ਮੂੰਹ ਵਿੱਚ ਪਾਏ, ਉਹਨੂੰ ਕੀ ਪਤਾ ਹੈ ਕਿ ਕਿਹੜੇ ਦਰਖਤ ਦੇ ਪੱਤੇ ਨੇ, ਕਿਉਂਕਿ ਉਹ ਤਾਂ ਰਾਜਾ ਹੈ। ਉਹਨੂੰ ਇਸ ਤਰ੍ਹਾਂ ਦਾ ਦਰਖਤਾਂ ਦੀਆਂ ਕਿਸਮਾਂ ਦਾ ਇਲਮ ਨਹੀਂ। ਜਦੋਂ ਉਹਨੇ ਪੱਤਾ ਮੂੰਹ ਵਿੱਚ ਪਾਇਆ ਤਾਂ ਇੰਨਾ ਕੌੜਾ ਜ਼ਹਿਰ, ਨਿੰਮ ਦੇ ਪੱਤੇ ਬਹੁਤ ਕੌੜੇ, ਜਦੋਂ ਪਾਤਸ਼ਾਹ ਨੇ ਦਿੱਤੇ ਉਹਨੇ ਮੂੰਹ ਵਿੱਚ ਪਾਏ, ਇੱਕਦਮ ਖਾਂਦਿਆਂ ਚਿੱਥ ਕੇ ਉਹਨੇ ਥੁੱਕ ਦਿੱਤੇ। ਹਜ਼ੂਰ ਨੇ ਬਚਨ ਕਹੇ, ਕੀ ਹੋਇਆ? ਉਹ ਰਾਜਾ ਬੋਲਿਆ, ਕਹਿੰਦਾ ਮਹਾਰਾਜ ਇੰਨਾ ਕੌੜਾ ਜ਼ਹਿਰ ਵਰਗਾ, ਇਹ ਤੇ ਜ਼ਹਿਰ ਵਰਗਾ ਕੌੜਾ ਤਾਂ ਮੈਂ ਥੁੱਕ ਦਿੱਤਾ। ਮੈਨੂੰ ਦੱਸੋ ਇਹ ਕਿਹੜਾ ਦਰਖਤ ਹੈ ਜਿਹਦੇ ਪੱਤੇ ਇੰਨੇ ਕੌੜੇ ਨੇ? ਮੈਂ ਇਹ ਦਰਖਤ ਆਪਣੇ ਰਾਜ ਵਿੱਚੋਂ ਜੜ ਤੋਂ ਪਟਾ ਦਾਂਗਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ, ਰਾਜਨ ਜਿਵੇਂ ਕੌੜੇ ਪੱਤੇ ਖਾਂਦਿਆਂ ਤੂੰ ਥੁੱਕ ਦਿੱਤੇ ਨੇ, ਇੱਦਾਂ ਜਿਹੜਾ ਕੌੜੇ ਬੋਲ ਤੂੰ ਲੋਕਾਂ ਨੂੰ, ਪਰਜਾ ਨੂੰ ਬੋਲਦੇ, ਬਾਹਰੋਂ ਧਰਮ ਦੇ ਕਰਮ ਅਲੱਗ ਗੱਲ ਹੈ, ਤੇਰੇ ਅੰਦਰ ਨਾਮ ਦੀ ਮਿਠਾਸ ਨਹੀਂ। ਜਿਹੜੇ ਤੂੰ ਕੌੜੇ ਬੋਲ ਬੋਲਦੇ ਲੋਕੀ ਵੀ ਥੁੱਕਦੇ ਨੇ, ਉਹ ਵੱਖਰੀ ਗੱਲ, ਤੇਰੇ ਮੂੰਹ ਤੇ ਨਹੀਂ ਥੁੱਕਦੇ, ਪਿੱਠ ਪਿੱਛੇ ਥੁੱਕਦੇ ਨੇ। ਤੇਰੇ ਕੌੜੇ ਬੋਲਾਂ ਤੇ ਲੋਕ ਵੀ ਥੁੱਕਦੇ ਨੇ, ਉਹ ਵੱਖਰੀ ਗੱਲ, ਤੇਰੇ ਮੂੰਹ ਤੇ ਨਹੀਂ, ਪਿੱਠ ਦੇ ਪਿੱਛੇ ਥੁੱਕ ਦਿੰਦੇ ਨੇ। ਏਦਾਂ ਸਾਧ ਸੰਗਤ ਕੌੜਾ ਬੋਲ ਪ੍ਰਵਾਨ ਨਹੀਂ। ਪਾਤਸ਼ਾਹ ਨੇ ਬਚਨ ਕਹੇ, ਜ਼ਹਿਰ ਕੌੜੀ ਹੈ। ਹਾਲਾਂਕਿ ਜ਼ਹਿਰ ਦਾ ਸਵਾਦ ਨਹੀਂ ਕਿਸੇ ਨੇ ਦੱਸਿਆ, ਪਰ ਇਹ ਗੱਲ ਪ੍ਰਚਲਿਤ ਹੈ, ਸਿਆਣਿਆਂ ਦਾ ਕਥਨ ਹੈ। ਕੋਈ ਬੰਦਾ ਬਹੁਤ ਜ਼ਹਿਰ ਕੜਤਣ ਨਾਲ ਭਰਿਆ ਹੋਵੇ, ਆਪਾਂ ਕਹੀਦਾ ਬੰਦਾ ਜ਼ਹਿਰ ਵਰਗਾ ਹੈ। ਕੌੜਾ ਬੋਲਦਾ ਹੋਵੇ, ਆਪਾਂ ਬਾਅਦ ਚ ਕੀ ਕਹੀਦਾ, ਬੜਾ ਜ਼ਹਿਰ ਨਾਲ ਭਰਿਆ, ਇਹਦਾ ਮਤਲਬ ਜ਼ਹਿਰ ਕੌੜੀ ਹੈ। ਇਹਦਾ ਜ਼ਿਕਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕਰਕੇ ਕਿਹਾ। ਪਾਤਸ਼ਾਹ ਕਹਿੰਦੇ ਜ਼ਹਿਰ ਤੋਂ ਇਲਾਵਾ 5 ਚੀਜ਼ਾਂ ਹੋਰ ਕੌੜੀਆਂ ਨੇ, ਇੱਕ ਚੀਜ਼ ਵੀ ਕੌੜੀ ਪ੍ਰਵਾਨ ਨਹੀਂ। ਪਰ ਰਾਜਨ ਤੈਨੂੰ ਪਤਾ ਹੈ, ਜਿਹੜਾ ਨਾਮ ਨਾ ਜਪੇ, ਜਿਹਦੀ ਰਸਨਾ ਸਤਿਨਾਮ ਵਾਹਿਗੁਰੂ ਨਾ ਕਵੇ, ਜਿਹਦੀ ਰਸਨਾ ਰਾਮ ਅੱਲਾ ਵਾਹਿਗੁਰੂ ਦਾ ਨਾਮ ਨਾ ਉਚਾਰੇ, ਉਸ ਮਨਮੁਖ ਦੇ ਅੰਦਰ, ਮੁਖ ਵਿੱਚ ਤੇ ਮਨ ਦੇ ਅੰਦਰ ਇਹ 6 ਤਰ੍ਹਾਂ ਦੀ ਜ਼ਹਿਰ ਵਸਦੀ ਹੈ। ਇੱਕ ਤਰ੍ਹਾਂ ਦੀ ਜ਼ਹਿਰ ਪ੍ਰਵਾਨ ਨਹੀਂ ਹੈ, ਤੇਰੇ ਅੰਦਰ 6 ਤਰ੍ਹਾਂ ਦੀ ਜ਼ਹਿਰ ਹੈ।
ਫਿਰ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਨ ਕੀਤਾ, ਕਹਿੰਦੇ ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ। ਇਹ 6 ਚੀਜ਼ਾਂ ਗਣੀਆਂ। ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ, ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਈ। ਜਿਹਨੂੰ ਰੱਬ ਵਾਹਿਗੁਰੂ ਦਾ ਨਾਮ ਨਹੀਂ ਚਿੱਤੇ ਆ ਰਿਹਾ ਭਾਈ, ਉਹਦੇ ਅੰਦਰ 6 ਤਰ੍ਹਾਂ ਦੀ ਇਹ ਜ਼ਹਿਰ ਭਰੀ ਹੋਈ ਹੈ। ਰਾਜੇ ਨੇ ਸ੍ਰੀ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾਇਆ, ਮਹਾਰਾਜ ਮੈਨੂੰ ਮਿੱਠ ਬੋਲਣ ਦੀ ਜੁਗਤ ਦੱਸੋ। ਪਾਤਸ਼ਾਹ ਨੇ ਬਚਨ ਕਿਹਾ, ਰੱਬ ਨਾਲ ਮਿੱਠ ਬੋਲ ਕੇ ਗੱਲ ਕੀਤੀ ਜਾ ਸਕਦੀ, ਉਹਦੀ ਤਾਂ ਬੋਲੀ ਹੀ ਮਿੱਠਾ ਬੋਲਣਾ। ਪਾਠ ਪੂਜਾ ਕਰਨੀ, ਧਰਮ ਦੇ ਕਰਮ ਕਰਨੇ ਚੰਗੀ ਗੱਲ ਹੈ। ਅੱਜ ਵੀ ਹਜ਼ੂਰ ਇਹੋ ਗੱਲ ਕਹਿ ਰਹੇ ਨੇ ਸ਼ਬਦ ਵਿੱਚ ਕਿ ਭਾਈ ਆ ਛੋਡੋ ਵੇਸ ਭੇਖ ਚਤੁਰਾਈ। ਧਰਮ ਦਾ ਭੇਖ ਜਿਹੜਾ ਬਾਹਰੋਂ ਧਾਰਨ ਕੀਤਾ, ਇਹ ਚਤੁਰਾਈਆਂ ਰੱਬ ਨੂੰ ਪ੍ਰਵਾਨ ਨਹੀਂ। ਅਸਲੀਅਤ ਕੀ ਹੈ? ਉਹਦੀ ਬੋਲੀ, ਉਹਦੀ ਭਾਸ਼ਾ, ਉਹਦੀ ਲੈਂਗੁਏਜ ਪਿਆਰ ਹੈ। ਪ੍ਰੇਮ ਨਾਲ ਉਹਨੂੰ ਬੋਲਿਆ ਜਾਂਦਾ ਹੈ, ਨਿਮਰਤਾ ਨਾਲ ਉਹਨੂੰ ਉਚਾਰਿਆ ਜਾਵੇ। ਪ੍ਰੇਮ ਹੀ ਰੱਬ ਦੀ ਭਾਸ਼ਾ ਹੈ, ਹੋਰ ਕੋਈ ਭਾਸ਼ਾ ਨਹੀਂ। ਇਹ ਬੇਨਤੀ ਮੈਂ ਕਈ ਵਾਰ ਕਹੀ, ਜਦੋਂ ਤੁਸੀਂ ਕਿਸੇ ਕੰਟਰੀ ਦਾ ਵੀਜ਼ਾ ਲੈਣ ਲਈ ਅੰਬੈਸੀ ਵਿੱਚ ਇੰਟਰਵਿਊ ਦਿੰਦੇ ਹੋ, ਉੱਥੇ ਬੈਠਾ ਹੋਇਆ ਉਹ ਜਿਹੜੇ ਦੇਸ਼ ਦਾ ਬੰਦਾ ਹੈ ਉਹਨੂੰ ਉਸ ਭਾਸ਼ਾ ਦਾ ਪਤਾ ਹੈ। ਉਹ ਜਦੋਂ ਇੰਟਰਵਿਊ ਲੈਂਦਾ ਹੈ ਤਾਂ ਜਿਹਦੇ ਕੋਲੋਂ ਇੰਟਰਵਿਊ ਲੈਣੀ ਹੈ ਉਹਨੂੰ ਪੁੱਛਦਾ ਵੀ ਤੈਨੂੰ ਮੇਰੀ ਭਾਸ਼ਾ ਆਉਂਦੀ ਹੈ? ਨਹੀਂ ਆਉਂਦੀ ਤਾਂ ਫਿਰ ਉਹ ਗੱਭੇ ਇੱਕ ਬੰਦਾ ਪੁਆਇੰਟ ਕਰਦਾ ਹੈ, ਸਾਧ ਸੰਗਤ ਜਿਹੜਾ ਟਰਾਂਸਲੇਟਰ ਹੁੰਦਾ ਹੈ, ਉਹ ਤੁਹਾਡੀ ਗੱਲ ਉਹਦੇ ਤੱਕ ਉੱਤਰ ਵਿੱਚ ਪਹੁੰਚਾਉਂਦਾ ਹੈ, ਉਹਦਾ ਕੁਐਸਚਨ ਪ੍ਰਸ਼ਨ ਤੁਹਾਨੂੰ ਦੱਸਦਾ ਹੈ, ਉਹ ਟਰਾਂਸਲੇਟਰ ਵਿੱਚ ਗੱਲ ਕਰਾਉਂਦਾ ਹੈ। ਉਸ ਅਫਸਰ ਦੇ ਨਾਲ ਗੱਲ ਕਰਨ ਲਈ ਉਹਦੀ ਭਾਸ਼ਾ ਆਉਣੀ ਚਾਹੀਦੀ ਹੈ। ਜਿਹੜੇ ਦੇਸ਼ ਵਿੱਚ ਜਾਣਾ ਉੱਥੋਂ ਦੇ ਲੋਕਾਂ ਦੀ ਭਾਸ਼ਾ ਆਉਣੀ ਚਾਹੀਦੀ ਹੈ, ਤਾਈਓ ਲੋਕ ਸਿੱਖਦੇ ਨੇ। ਆ ਬੱਚੇ ਜਿਹੜੇ ਆਈਲੈਟਸ ਕਰਕੇ ਬਾਹਰ ਜਾਂਦੇ ਨੇ, ਇੱਦਾਂ ਪਾਤਸ਼ਾਹ ਕਹਿੰਦੇ ਇੱਕ ਦੇਸ਼ ਤੋਂ ਭਾਈ ਤੂੰ ਦੂਜੇ ਦੇਸ਼ ਵਿੱਚ ਜਾਣ ਲਈ ਭਾਸ਼ਾ ਸਿੱਖ ਲੈਂਦੇ। ਕਦੇ ਐਸ ਲੋਕ ਵਿੱਚ ਰਹਿਣ ਵਾਲਿਆ ਪਰਮਾਤਮਾ ਨਾਲ ਗੱਲ ਕਰਨ ਦੀ ਭਾਸ਼ਾ ਵੀ ਸਿੱਖ, ਰੱਬ ਨਾਲ ਗੱਲ ਕਿਵੇਂ ਕਰਨੀ ਉਹ ਵੀ ਭਾਸ਼ਾ ਸਿੱਖ। ਉਹ ਸਤਿਗੁਰੂ ਸਾਨੂੰ ਰੋਜ਼ ਜਪਜੀ ਸਾਹਿਬ ਵਿੱਚ ਸਿਖਾਉਂਦੇ। ਪਾਤਸ਼ਾਹ ਬਚਨ ਕਹਿੰਦੇ ਭਾਈ ਉਹਦੀ ਭਾਸ਼ਾ ਹੀ ਮਿੱਠ ਬੋਲੜੀ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ, ਭਾਉ ਅਪਾਰ। ਭਾਉ ਦਾ ਅਰਥ ਪ੍ਰੇਮ, ਭਾਖਿਆ ਦਾ ਅਰਥ ਬੋਲੀ ਭਾਸ਼ਾ। ਰੱਬ ਦੀ ਭਾਸ਼ਾ ਭਾਖਿਆ ਕੀ ਹੈ? ਭਾਉ ਅਪਾਰ। ਉਹ ਪ੍ਰੇਮ ਭਾਸ਼ਾ ਨਾਲ ਉਹਨੂੰ ਬੁਲਾਇਆ ਜਾਂਦਾ ਹੈ। ਤੂੰ ਜਿਵੇਂ ਮਰਜ਼ੀ ਕਹਿ, ਵਾਹਿਗੁਰੂ ਕਹਿ, ਵਾਹਿਗੁਰੂ ਕਹਿ, ਵਾਹੇ ਗੁਰੂ ਕਹਿ, ਪਰ ਪ੍ਰੇਮ ਨਾਲ ਕਹਿ। ਉਹਨੂੰ ਪ੍ਰੇਮ ਨਾਲ ਜਪਿਆ ਨਾਮ ਪ੍ਰਵਾਨ ਹੈ। ਉਹਨੂੰ ਤਾਂ ਕੋਈ ਗੁਰੂ ਵਾਹ ਵੀ ਪ੍ਰੇਮ ਨਾਲ ਕਹਿ ਲੈ ਤਾਂ ਵੀ ਪ੍ਰਵਾਨ ਹੈ। ਉਹ ਤਾਂ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਮਾਈ ਆ ਕੇ ਅਰਦਾਸ ਦੇ ਅੱਖਰ ਬਾਹਰੋਂ ਭੁੱਲ ਜਾਂਦੀ ਹੈ। ਸੱਚੇ ਪਾਤਸ਼ਾਹ ਦਾ ਕੱਲ੍ਹ ਨੂੰ ਤੁਸੀਂ ਦਿਨ ਮਨਾਉਣਾ। ਅੱਜ ਭਗਤ ਕਬੀਰ ਸਾਹਿਬ ਜੀਆਂ ਦਾ ਜਨਮ ਦਿਹਾੜਾ ਹੈ। ਇਹ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਮੈਂ ਭਗਤ ਕਬੀਰ ਸਾਹਿਬ ਦੇ ਸ਼ਬਦਾਂ ਨਾਲ ਅੱਗੇ ਕਰਾਂਗਾ। ਸਿਖਾਈ ਹੋਈ ਅਰਦਾਸ ਮਾਈ ਨੂੰ ਕਿਸੇ ਨੇ ਕਹਿਤੀ, ਜਦੋਂ ਤੇਰੀ ਵਾਰੀ ਆਵੇ ਕਹਿ ਦੇਈਂ ਸੱਚੇ ਪਾਤਸ਼ਾਹ ਜੀ ਅਸੀਂ ਮੰਗਤੇ ਤੁਸੀਂ ਦਾਤੇ, ਅਸੀਂ ਪਾਪੀ ਤੁਸੀਂ ਬਖਸ਼ਣਹਾਰ, ਪਾਪ ਬਖਸ਼ੋ ਪਾਤਸ਼ਾਹ, ਸਾਨੂੰ ਮੰਗਤਿਆਂ ਨੂੰ ਝੋਲੀ ਭਰੋ। ਉਹ ਰੱਟਦੀ ਰਹੀ ਵਿਚਾਰੀ ਮਾਈ। ਜਦੋਂ 6ਵੇਂ ਪਾਤਸ਼ਾਹ ਤੱਕ ਵਾਰੀ ਆ ਗਈ ਨਾ ਮੱਥਾ ਟੇਕਣ ਦੀ, ਰੱਟਦਿਆਂ ਉਹਦੇ ਅੱਖਰ ਬਦਲ ਗਏ। ਥੋੜੀ ਘਾਬਰ ਗਈ, ਨਰਵਸ ਹੋ ਗਈ ਤੇ ਅੱਖਰ ਬਦਲ ਗਏ। ਗੁਰੂ ਕੋਲ ਆਉਂਦੇ ਆ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਕਹਿੰਦੀ, ਮਹਾਰਾਜ ਤੁਸੀਂ ਪਾਪੀ ਅਸੀਂ ਬਖਸ਼ਣਹਾਰ, ਤੁਸੀਂ ਮੰਗਤੇ ਮਹਾਰਾਜ ਅਸੀਂ ਦਾਤੇ। ਕਿਸੇ ਸਿੱਖ ਨੇ ਉੱਠ ਕੇ ਹਲੂਣਾ ਦੇ ਕੇ ਕਿਹਾ, ਮਾਈ ਇਹ ਕੀ ਕਹੀ ਜਾਨੀ? ਡਰ ਗਈ ਵਿਚਾਰੀ, ਹੱਥ ਜੋੜ ਕਹਿੰਦੀ ਮਹਾਰਾਜ ਗਲਤੀ ਹੋ ਗਈ, ਮਹਾਰਾਜ ਤੁਸੀਂ ਬਖਸ਼ਣਹਾਰ। ਸੱਚੇ ਪਾਤਸ਼ਾਹ ਹੱਸ ਪਏ, ਕਹਿੰਦੇ ਮਾਈ ਜਿਹੜੇ ਤੂੰ ਪਹਿਲੇ ਸ਼ਬਦਾਂ ਵਿੱਚ ਬੋਲਿਆ ਉਹੀ ਅਰਦਾਸ ਪ੍ਰਵਾਨ ਹੈ। ਕਿਉਂਕਿ ਪਹਿਲਾਂ ਤੂੰ ਭਾਵਨਾ ਨਾਲ ਬੋਲਿਆ, ਉਦੋਂ ਤੇਰੀ ਸੁਰਤ ਜੁੜੀ ਹੋਈ ਸੀ, ਉਦੋਂ ਪ੍ਰੇਮ ਨਾਲ ਕਹਿ ਰਹੀ ਸੀ। ਹੁਣ ਤਾਂ ਸਿਖਾਏ ਹੋਏ ਅੱਖਰ ਨੇ, ਜਿਹੜਾ ਪ੍ਰੇਮ ਨਾਲ ਬੋਲਿਆ ਉਹੀਓ ਪ੍ਰਵਾਨ ਹੈ। ਦੱਸ ਚਾਹੀਦਾ ਕੀ ਹੈ? ਕਹਿਣ ਤੋਂ ਭਾਵ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਅੰਦਰ ਪ੍ਰੇਮ ਹੋਵੇ, ਅੱਖਰ ਇੱਧਰ ਉੱਧਰ ਵੀ ਹੋ ਜਾਏ ਗੁਰੂ ਨੂੰ ਤਾਂ ਵੀ ਪ੍ਰਵਾਨ ਹੈ, ਪਰ ਅੰਦਰ ਪ੍ਰੇਮ ਹੋਵੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ। ਅੱਜ ਸੱਚੇ ਪਾਤਸ਼ਾਹ ਬਚਨ ਕਹਿੰਦੇ ਭਾਈ ਜਿਸ ਚੀਜ਼ ਲਈ ਧਰਤੀ ਉੱਤੇ ਆਇਆ ਉਹ ਗੁਰੂ ਕੋਲੋਂ ਪ੍ਰਾਪਤ ਹੋਣਾ। ਗੁਰੂ ਕੋਲੋਂ ਬੋਲਣਾ ਸਿੱਖ, ਤੂੰ ਬੋਲਣਾ ਕੀ ਹੈ? ਲੋਕਾਂ ਕੋਲੋਂ ਬੋਲਣਾ ਬਹੁਤ ਕੁਝ ਸਿੱਖ ਲਿਆ, ਲੋਕਾਂ ਦੀ ਭਾਸ਼ਾ ਬੜੀ ਸਿੱਖ ਲਈ ਹੈ।
ਆਹ ਗੁਰੂ ਕੋਲੋਂ ਸਿੱਖ ਤੂੰ ਕੀ ਕਰਨਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਜਿਸ ਜਲ ਨਿਦ ਕਾਰਨ ਤੁਮ ਜਗ ਆਏ। ਨਿਦ ਦਾ ਅਰਥ ਹੁੰਦਾ ਹੈ ਖਜ਼ਾਨਾ। ਭਾਈ ਜਿਸ ਖਜ਼ਾਨੇ ਲਈ ਤੂੰ ਇਸ ਧਰਤੀ ਉੱਤੇ ਸਰੀਰ ਧਾਰਿਆ, ਯਾਦ ਰੱਖੀ ਉਹ ਅੰਮ੍ਰਿਤ ਦਾ ਖਜ਼ਾਨਾ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਸੰਸਾਰ ਦੇ ਕੋਲੋਂ ਬਹੁਤ ਕੁਝ ਮਿਲਿਆ, ਸੰਸਾਰ ਤੋਂ ਸਰੀਰ ਮਿਲਿਆ, ਸੰਸਾਰ ਦੇ ਹੋਰ ਸੁੱਖ ਦੁੱਖ ਜੋ ਸੰਸਾਰ ਨਾਲ ਜੁੜਿਆ ਉਹ ਮਿਲ ਰਿਹਾ ਹੈ, ਪਰ ਯਾਦ ਰੱਖੀ ਗੁਰੂ ਦੇ ਕੋਲੋਂ ਉਹ ਖਜ਼ਾਨਾ ਨਿੱਧ ਮਿਲਣਾ ਜਿਸ ਦੀ ਖਾਤਰ ਇਹ ਸਰੀਰ ਧਾਰਨ ਕੀਤਾ ਹੈ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਭਾਈ ਜਿਹੜਾ ਵੇਸ ਭੇਖ ਪਹਿਰਾਵਾ ਬਾਹਰੋਂ ਤੂੰ ਰੌਲਾ ਪਾਇਆ, ਇਹ ਭੇਖ ਛੱਡ ਦੇ। ਅੰਦਰੋਂ ਹੋਰ ਤੇ ਬਾਹਰੋਂ ਹੋਰ, ਇਹ ਚੀਜ਼ ਛੱਡ। ਦਿਲੋਂ ਮੁਹੱਬਤ ਜਿਨ ਸਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆਂ। ਬਾਹਰਲਾ ਇਹ ਭੇਖ ਛੋਡੋ ਵੇਸ ਭੇਖ ਚਤੁਰਾਈ, ਰੱਬ ਚਤੁਰਾਈ ਨਾਲ ਨਹੀਂ ਮਿਲਦਾ। ਦੁਵਿਧਾ ਇਹ ਫਲ ਨਾਹੀ ਜੀਓ। ਦੁਵਿਧਾ ਵਿੱਚ, ਦੋਏ ਭਾਅ ਵਿੱਚ, ਕਿ ਸੰਸਾਰ ਵੀ ਰੱਖ ਲਾਂ ਆਹ ਕੁਝ ਵੀ ਮਿਲ ਜਾਏ, ਇਸ ਤਰ੍ਹਾਂ ਦੁਵਿਧਾ ਦੇ ਅੰਦਰ, ਦੋਏ ਭਾਅ ਦੇ ਅੰਦਰ ਤੈਨੂੰ ਇਹ ਫਲ ਪ੍ਰਾਪਤ ਨਹੀਂ ਹੋਏਗਾ। ਇੱਕ ਚੀਜ਼ ਧਿਆਨ ਨਾਲ ਸਰਵਣ ਕਰਿਓ, ਤੁਹਾਡੇ ਚਰਨਾਂ ਪਿੱਛੇ ਮੇਰੇ ਵੀ ਸਮਝ ਵਿੱਚ ਆਵੇ। ਦਵੈਸ਼ ਤੋਂ ਸੰਸਾਰ ਉਪਜਿਆ, ਆਪਾਂ ਦੋ ਤੋਂ ਅਲੱਗ ਹੋਏ ਨਹੀਂ ਸਕਦੇ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਸਰੀਰ ਵੀ ਨੋਂ ਤੋਂ ਉਪਜਿਆ, ਔਰ ਰੱਬ ਨੇ ਵੀ ਇਹਨੂੰ ਦਵੈਸ਼ ਵਿੱਚ ਦੋ ਚੀਜ਼ਾਂ ਇਕੱਠੀਆਂ ਜੋੜ ਦਿੱਤੀਆਂ ਨੇ। ਇੱਕ ਨੂਰ, ਇੱਕ ਸਾਧ ਸੰਗਤ ਸੰਸਾਰ ਜਿਹਦੇ ਅੰਦਰ ਸਰੀਰ ਪੈਦਾ ਕੀਤਾ, ਇੱਕ ਮਿੱਟੀ ਦਾ ਸਰੀਰ, ਇੱਕ ਅੰਦਰ ਰੱਬ ਨੇ ਆਪਣੀ ਨੂਰ ਰੂਪ ਜੋਤ, ਦੋ ਇਕੱਠੀਆਂ ਨੇ। ਜੋਤ ਨਿਕਲ ਜਾਏ, ਸਰੀਰ ਤਾਂ ਮਿੱਟੀ ਹੈ, ਸਰੀਰ ਦੀ ਕੋਈ ਪਾਇਨ ਨਹੀਂ ਹੈ। ਔਰ ਮਿੱਟੀ ਆ ਸਰੀਰ ਜਿਹਨੂੰ ਮਾਟੀ ਬਾਦਸ਼ਾਹ ਨੇ ਕਿਹਾ, ਇਸ ਸਰੀਰ ਤੋਂ ਬਗੈਰ ਜੋਤ ਦੀ ਕੀ ਪਾਇਆ, ਕੱਲੀ ਆਤਮਾ ਕੁਝ ਵੀ ਨਹੀਂ ਕਰ ਸਕਦੀ। ਦੋਵਾਂ ਨੂੰ ਰੱਬ ਨੇ ਜੋੜ ਦਿੱਤਾ ਹੈ। ਜਿਹਨੂੰ ਤੁਸੀਂ ਕਹਿੰਦੇ ਹੋ ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਮਿੱਟੀ ਦਾ ਆ ਪੁਤਲਾ ਬਣਾਇਆ, ਵਿੱਚ ਇਹਦੇ ਰੱਬ ਨੇ ਆਪਣੀ ਜੋਤ ਰੱਖੀ ਹੈ। ਇਦਾਂ ਦਵੈਸ਼ ਨਾਲ ਸੰਸਾਰ ਚੱਲਦਾ ਹੈ। ਸੁੱਖ ਦੁੱਖ, ਹਰਖ ਸੋਗ, ਖੁਸ਼ੀ ਗਮ, ਤੰਦਰੁਸਤੀ ਰੋਗ, ਉਸਤਤ ਨਿੰਦਿਆ। ਆਪਾਂ ਚਾਹੁੰਦੇ ਇੱਕ ਚੀਜ਼ ਮਿਲ ਜਾਏ, ਦੂਜੀ ਨਾ ਮਿਲੇ। ਉਸਤਤ ਤਾਂ ਮਿਲੇ, ਨਿੰਦਿਆ ਨਾ ਕੋਈ ਕਰੇ। ਸੁੱਖ ਤਾਂ ਮਿਲੇ ਪਰ ਦੁੱਖ ਨਾ ਆਵੇ। ਹਰ ਖੁਸ਼ੀ ਤਾਂ ਹੋਵੇ ਪਰ ਸੋਗ ਨਾ ਹੋਵੇ। ਉਹ ਤੋਂ ਆਪਾਂ ਬਚਣਾ ਚਾਹੁੰਦੇ ਹਾਂ। ਰੱਬ ਨੇ ਦੋਵਾਂ ਚੀਜ਼ਾਂ ਨੂੰ ਜੋੜ ਕੇ ਇਸ ਸੰਸਾਰ ਵਿੱਚ ਆਪਾਂ ਨੂੰ ਪੈਦਾ ਕੀਤਾ ਔਰ ਸਿੱਖ ਨੂੰ ਮੈਂਟਲੀ ਪ੍ਰਪੇਅਰ ਕੀਤਾ ਇਸ ਗੱਲ ਲਈ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਸਾਧ ਸੰਗਤ, ਜੇ ਪੱਥਰਾਂ ਦਾ ਢੇਰ ਲੱਗਿਆ ਪਿਆ ਹੋਵੇ, ਉਹ ਕਿਸੇ ਤਰਤੀਬ ਵਿੱਚ ਨਹੀਂ ਹੈ, ਉਹਦੇ ਉੱਤੇ ਤੁਸੀਂ ਚੜ੍ਹ ਨਹੀਂ ਸਕਦੇ, ਉਹਨੂੰ ਵਰਤੋਂ 'ਚ ਨਹੀਂ ਲਿਆ ਸਕਦੇ। ਪੱਥਰਾਂ ਦਾ ਢੇਰ, ਉਹਦੇ ਤੇ ਚੜ੍ਹੋਗੇ ਖਿਸਕਦੇ ਜਾਓਗੇ, ਵਾਰ-ਵਾਰ ਡਿੱਗੋਗੇ। ਜੇ ਉਸ ਪੱਥਰਾਂ ਦੇ ਢੇਰ ਨੂੰ ਕੋਈ ਤਰਤੀਬ ਵਾਈਜ਼ ਚਿਣ ਕੇ ਸੀਮੈਂਟ ਨਾਲ ਪੌੜੀ ਬਣਾ ਦੇ, ਉਹੀਓ ਪੱਥਰ ਮੰਜ਼ਿਲ ਤੇ ਚੜ੍ਹਨ ਦੇ ਸਹਾਇਕ ਹੋ ਜਾਂਦੇ ਨੇ। ਇੱਦਾਂ ਦੁੱਖ ਸੰਸਾਰ ਵਿੱਚ ਵਾਰ-ਵਾਰ ਆਉਂਦੇ ਨੇ, ਅਸੀਂ ਦੁੱਖਾਂ ਵਿੱਚ ਉਲਝ ਜਾਈਦਾ। ਔਰ ਸਾਧ ਸੰਗਤ, ਜਿੰਨਾ ਕੁ ਸੁੱਖ ਵੱਲ ਵਧੀਦਾ, ਇੱਕ ਸੁੱਖ ਵੱਲ ਜਾਈਦਾ, ਜਦੋਂ ਦੂਜਾ ਦੁੱਖ ਸ਼ੁਰੂ ਹੋ ਜਾਂਦਾ। ਬਹੁਤਿਆਂ ਦਾ ਸਵਾਲ ਹੈ, ਉਹਦੇ ਵਿੱਚ ਜੀਵਨ ਲੰਘਦਾ ਜਾ ਰਿਹਾ ਹੈ, ਬਾਰ-ਬਾਰ ਖਿਸਕ ਜਾਂਦੇ ਆ। ਦੋ ਚਾਰ ਪੌਡੇ ਜਾਈਦਾ, ਫਿਰ ਖਿਸਕ ਜਾਈਦਾ, ਕਿਉਂਕਿ ਉਹ ਪੱਥਰ ਤਰਤੀਬ ਵਿੱਚ ਨਹੀਂ, ਉਹ ਦੁੱਖ ਤਰਤੀਬ ਵਿੱਚ ਨਹੀਂ। ਦੁੱਖ ਸੁੱਖ ਰੱਬ ਨੇ ਦੇ ਦਿੱਤੇ ਨੇ, ਤਰਤੀਬ ਤੋਂ ਬਾਹਰ ਆਪਾਂ ਭਟਕ ਰਹੇ ਹਾਂ। ਉਹਦੇ ਵਾਸਤੇ ਪਾਤਸ਼ਾਹ ਨੇ ਕਿਹਾ, ਆਪਣੇ ਦੁੱਖਾਂ ਦੀ ਪੰਡ ਲਿਆ ਕੇ ਗੁਰੂ ਕੋਲ ਰੱਖ ਦੇਈਂ। ਪਾਤਸ਼ਾਹ ਤੁਸੀਂ ਚਿਣਨ ਵਾਲੇ ਹੋ, ਕਾਰੀਗਰ ਹੋ, ਕਿਰਪਾ ਕਰੋ ਮਹਾਰਾਜ, ਚਿਣ ਦਿਓ ਤਾਂ ਜੋ ਅਸੀਂ ਪੌੜੀ ਚੜ੍ਹ ਜਾਈਏ। ਉਹ ਦੁੱਖ ਚਿਣੇ ਜਾਣ,
ਫਿਰ ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਉਹ ਦੁੱਖ ਸਹਾਇਤਾ ਕਰਨਗੇ ਭਾਈ, ਉਹ ਦੁੱਖ ਵਿੱਚ ਵਾਹਿਗੁਰੂ ਚੇਤੇ ਆਵੇ। ਪਾਤਸ਼ਾਹ ਤੁਸੀਂ ਚਿਣਦੇ ਹੋ ਤਰਤੀਬ ਵਾਈਜ਼, ਤਰਤੀਬ ਤੋਂ ਬਗੈਰ ਹੀ ਪੱਥਰ ਚੋਟ ਦਿੰਦਾ ਹੈ। ਜਦੋਂ ਗੁਰੂ ਨੇ ਤਰਤੀਬ ਵਾਈਜ਼ ਚੁਣ ਦਿੱਤੇ, ਉਦੋਂ ਸਾਧ ਸੰਗਤ ਦੁੱਖ ਨਹੀਂ ਰਹਿਣਗੇ, ਉਹ ਦੁੱਖ ਵੀ ਸੁੱਖਾਂ ਦੀ ਪੌੜੀ ਬਣ ਜਾਏਗੀ, ਦੁੱਖ ਵੀ ਪੌੜੀ ਬਣ ਜਾਏਗਾ ਗੁਰੂ ਤੱਕ ਜਾਣ ਵਾਸਤੇ। ਦੋਵੇਂ ਚੀਜ਼ਾਂ ਅਕਾਲ ਪੁਰਖ ਰੱਬ ਨੇ ਰੱਖੀਆਂ ਨੇ, ਔਰ ਇਹ ਧਾਰਮਿਕ ਦੁਨੀਆ ਵਿੱਚ ਸਾਨੂੰ ਯਾਦ ਰੱਖਣ ਦੀ ਲੋੜ ਹੈ। ਜਿਹੜੇ ਬੰਦੇ ਦੀ ਬਹੁਤ ਤਰੱਕੀ ਵਡਿਆਈ ਹੋ ਰਹੀ ਹੈ, ਉਹਨੂੰ ਨਿੰਦਿਆ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਨਿੰਦਿਆ ਉਹਦੀ ਹੋਣੀ ਹੈ। ਉਹਨੂੰ ਨਿੰਦਿਆ ਵਾਸਤੇ ਮੈਂਟਲੀ ਪ੍ਰਪੇਅਰ ਰਹਿਣਾ ਚਾਹੀਦਾ ਹੈ। ਔਰ ਪਾਤਸ਼ਾਹ ਨੇ ਬਚਨ ਕਹੇ, ਉਹਦੇ ਵਿੱਚ ਸੁਖੀ ਤੁਸੀਂ ਤਾਂ ਰਹਿ ਸਕਦੇ ਹੋ। ਉਸਤਤ ਨਿੰਦਿਆ ਹਰਕ ਸੋਗ, ਦੁੱਖ ਸੁੱਖ ਦੇ ਅੰਦਰ ਜੇ ਤਰਤੀਬ ਬੰਨਣ ਵਾਲੇ ਗੁਰੂ ਦਾ ਨਾਮ ਯਾਦ ਹੈ, ਫਿਰ ਤੁਹਾਨੂੰ ਨਿੰਦਿਆ ਤੰਗ ਨਹੀਂ ਕਰੇਗੀ। ਹਾਂ, ਉਸਤਤ ਹੁੰਦੀ ਹੈ, ਕਹਿ ਦੇ ਦਾਤਾ ਕਹੋ ਨਾਨਕ ਸਭ ਤੇਰੀ ਵਡਿਆਈ। ਤੇ ਜਿੱਦਣ ਨਿੰਦਿਆ ਹੋਏਗੀ, ਉਹ ਤੇਰੀ ਨਹੀਂ ਹੋਏਗੀ, ਤੈਨੂੰ ਦੁੱਖ ਨਹੀਂ ਦੇਣਗੇ। ਉਹ ਨਿੰਦਿਆ ਤੈਨੂੰ ਦੁਖੀ ਨਹੀਂ ਕਰ ਸਕੇਗੀ, ਕਿਉਂਕਿ ਵਡਿਆਈ ਤੂੰ ਗੁਰੂ ਨੂੰ ਸੌਂਪ ਦਿੱਤੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਪਾਤਸ਼ਾਹ ਨੇ ਬਚਨ ਕਹੇ, ਦੁਬਿਧਾ ਤੋਂ ਬਾਹਰ ਨਿਕਲ, ਦੁੱਖ ਤੇ ਸੁੱਖ ਹਰ ਸੋਗ ਦੇ ਅੰਦਰ ਇੱਕ ਵਿਵੇਕ ਬੁੱਧ ਭਾਵ, ਇੱਕ ਪਰਮਾਤਮਾ ਤੇ ਟਿਕ ਜਾ। ਫਿਰ ਦੋ ਪੁੜਿਆਂ ਵਿੱਚ ਚੱਲਦੇ ਹੋਏ ਪਿਸਦੇ ਦਾਣੇ ਵੀ ਵੱਜ ਜਾਂਦੇ ਨੇ, ਜੇ ਗਵਲੇ ਇੱਕ ਕੀਲੇ ਨਾਲ ਜੁੜ ਜਾਣ, ਨਹੀਂ ਤਾਂ ਦੁਬਿਧਾ ਇਹ ਫਲ ਨਹੀਂ ਜਿਓ। ਇਸ ਲਈ ਹੁਣ ਹਜ਼ੂਰ ਮਨ ਨੂੰ ਸੰਬੋਧਨ ਕਰ ਰਹੇ ਹਨ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਆਖੋ ਸਤਨਾਮ ਸ੍ਰੀ। ਸਾਧ ਸੰਗਤ ਕਹਾਣੀ ਮੰਨਦੀ ਹੈ, ਗੱਲ ਮਨ ਤੇ ਲੱਗ ਜਾਏ ਤਾਂ ਦੁਖੀ ਹੁੰਦਾ ਹੈ, ਮਨ ਤੇ ਨਾ ਲੱਗੇ ਤਾਂ ਕੋਈ ਦੁਖੀ ਨਹੀਂ ਹੁੰਦਾ। ਜਿਹੜੀ ਗੱਲ ਮਨ ਤੇ ਲੱਗ ਜਾਏ ਉਹੀ ਦੁਖੀ ਕਰਦੀ ਹੈ, ਜਿਹੜੀ ਮਨ ਤੇ ਨਾ ਲੱਗੇ ਉਹ ਦੁਖੀ ਨਹੀਂ ਕਰਦੀ। ਇਸ ਲਈ ਮਹਾਰਾਜ ਕਹਿੰਦੇ, ਮਨ ਥਿਰ ਹੋ ਜਾ ਰੱਬ ਦੇ ਨਾਮ ਤੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਇੱਧਰ ਉੱਧਰ ਨਾ ਭਟਕ, ਉਹਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਵੇਖ ਕੇ ਬਾਹਰ ਨਾ ਭਟਕ, ਅੰਦਰ ਵੇਖ, ਫਿਰ ਆਨੰਦ ਹੀ ਆਨੰਦ ਹੈ। ਬਾਹਰੋਂ ਫੁੱਲਾਂ ਨਾਲ ਕੰਡੇ ਨੇ, ਗਹਿਰਾਈ ਵਿੱਚ ਚੱਲ, ਜਦੋਂ ਦਾ ਅਰਕ ਕੱਢਿਆ ਜਾਂਦਾ ਫਿਰ ਕੰਡੇ ਨਹੀਂ, ਕੱਲੇ ਫੁੱਲਾਂ ਦਾ ਅਰਕ ਹੁੰਦਾ ਹੈ। ਏਦਾਂ ਭਾਈ ਬਾਹਰ ਤੋਂ ਅੰਦਰ ਤੱਕ, ਹੇ ਮਨ ਤੂੰ ਥਿਰ ਹੋ, ਇੱਕ ਜਗ੍ਹਾ ਤੇ ਸਥਿਰ ਰਹਿ। ਸਾਧ ਸੰਗਤ, ਕੱਲ ਇੱਕ ਬੰਗਾਲ ਤੋਂ, ਪੱਛਮੀ ਬੰਗਾਲ ਤੋਂ ਆਏ ਹੋਏ ਸੱਜਣ, ਇੱਥੇ ਛੁੱਟੀਆਂ ਕਰਕੇ ਹੁਣ ਸੰਗਤ ਬਹੁਤ ਆ ਰਹੀ ਹੈ, ਉਹ ਖਲੋਤੇ ਬਹੁਤ ਖੁਸ਼ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਲੰਗਰ ਵਿੱਚ ਕੋਈ ਗੱਲਾਂ ਕਰ ਰਹੇ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕਹਿ ਰਹੇ ਨੇ। ਉਹ ਕਹਿੰਦੇ ਜੀ ਪਹਿਲਾਂ ਨਹੀਂ ਲੰਗਰ ਵਰਤਾਉਣ ਵੱਲ, ਜਿੱਥੇ ਛਕ ਕੇ ਆਏ ਨੇ ਉੱਥੇ ਵਰਤਾਉਣ ਦਾ ਸਿਸਟਮ ਵੇਖਿਆ, ਛਕਣ ਦਾ ਵੇਖਿਆ। ਇੱਕ 5 ਮਿੰਟਾਂ ਵਿੱਚ ਸੈਂਕੜੇ ਹਜ਼ਾਰਾਂ ਬੰਦੇ ਬਹਿ ਰਹੇ ਨੇ, ਹਜ਼ਾਰਾਂ ਉੱਠ ਰਹੇ ਨੇ। ਵਰਤਾਉਣ ਵਾਲੇ ਨਹੀਂ ਥੱਕ ਰਹੇ, ਬਣਾਉਣ ਵਾਲੇ ਨਹੀਂ ਥੱਕ ਰਹੇ, ਛਕਣ ਵਾਲੇ ਧਨ ਨੇ, ਲੱਖਾਂ ਹੀ ਆ ਰਹੇ ਨੇ। ਤੇ ਜਦੋਂ ਥਾਲ ਦੇਖ ਕੇ ਭਾਂਡੇ ਧੋਣ ਵਾਲਿਆਂ ਵੱਲ ਵੇਖਿਆ, ਉਦੋਂ ਉਹ ਬੰਗਾਲੀ ਹੱਥ ਜੋੜ ਕੇ ਖੜੇ ਸੀ, ਵਾਹ, ਇੱਥੇ ਨਾ ਬਰਤਨ ਧੋਣ ਵਾਲੇ ਥੱਕ ਰਹੇ ਨੇ। ਸਭ ਕੁਝ ਵੇਖ ਕੇ ਜਦੋਂ ਉਹ ਵਾਹ ਕਹਿ ਰਹੇ ਸਨ, ਉਦੋਂ ਮਨ ਦੇ ਅੰਦਰ ਖਿਆਲ ਆਇਆ, ਧੰਨ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਦੀ ਇਹ ਵਡਿਆਈ ਹੈ। ਇੱਥੇ ਲੰਗਰ ਵਰਤਾਉਣ ਵਾਲੇ ਨਹੀਂ ਥੱਕਦੇ, ਬਣਾਉਣ ਵਾਲੇ ਨਹੀਂ ਥੱਕਦੇ, ਛਕਣ ਵਾਲੇ ਧੰਨ ਨੇ, ਬਰਤਨ ਧੋਣ ਵਾਲੇ ਧੰਨ ਨੇ। ਇੱਥੇ ਤਾਂ ਇੱਕੋ ਹੀ ਗੱਲ ਕਹਿਣੀ ਪੈਂਦੀ ਹੈ, ਤੇਰਾ ਅੰਤ ਨਾ ਪਾਰਾ ਵਾਰਿਆ। ਹੇ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਦਾ ਅੰਤ ਨਹੀਂ ਹੈ। ਇੱਕ ਵਾਰ ਆਪਾਂ ਵੀ ਗੁਰੂ ਦੇ ਪਿਆਰ 'ਚ ਕਹੀਏ, ਸਾਰੇ ਆਖੋ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ।
तेरा अंत न पारावारिया, तेरा अंत न पारावारिया, तेरा अंत न पारावारिया, तेरा ਅੰਤ ਨ ਪਾਰਾਵਾਰਿਆ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨੈ ਸਵਾਰਿਆ, ਤੇਰਾ ਅੰਤ ਨ ਪਾਰਾਵਾਰਿਆ, ਤੇਰਾ ਅੰਤ ਨ ਪਾਰਾਵਾਰਿਆ। ਜਿਨ ਸਿਰਿਆ ਤਿਨੈ ਸਵਾਰਿਆ, ਤੇਰਾ ਅੰਤ ਨ ਪਾਰਾਵਾਰਿਆ, ਤੇਰਾ ਅੰਤ ਨ ਪਾਰਾਵਾਰਿਆ। ਆਖੋ ਸਤਨਾਮ ਸ੍ਰੀ। ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਕਹਿੰਦੇ, ਭਾਈ ਬਾਹਰ ਢੂੰਡਣ ਨਾਲ ਦੁੱਖ ਹਨ, ਅੰਦਰੋਂ ਖੋਜ ਕਰ, ਉਹ ਅੰਦਰ ਹੀ ਸਭ ਕੁਝ ਪ੍ਰਾਪਤ ਕਰਾਉਂਦੇ ਹਨ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਹਿਰਦੇ ਘਰ ਦੇ ਅੰਦਰ ਹੀ ਅੰਮ੍ਰਿਤ ਹੈ, ਉਹ ਜਲ ਜਿਹੜਾ ਮਰਦਾ ਨਹੀਂ, ਉਹ ਸੁੱਖ ਜਿਹੜਾ ਖਤਮ ਨਹੀਂ ਹੁੰਦਾ, ਅੰਮ੍ਰਿਤ ਅਮਰ ਸੁੱਖ ਹੈ, ਉਹ ਅੰਦਰ ਹਿਰਦੇ ਘਰ ਵਿੱਚ ਹੈ, ਬਾਹਰ ਪਦਾਰਥਾਂ ਵਿੱਚ ਨਹੀਂ। ਪਦਾਰਥਾਂ ਵਿੱਚ ਸੁੱਖ ਹੈ ਪਰ ਕੁਝ ਵਕਤ ਦਾ ਸੁੱਖ ਹੈ, ਪਹਿਨਣ ਪਹਿਰਾਵੇ ਸੁੱਖ ਹੈ, ਕੁਝ ਵਕਤ ਦਾ ਸੁੱਖ ਹੈ। ਪਰਮਾਤਮਾ ਦੇ ਨਾਮ ਵਿੱਚ ਸਦੀਵੀ ਸੁੱਖ ਹੈ। ਜੇ ਤੂੰ ਸੁੱਖ ਚਾਹੁੰਦਾ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ, ਅੰਦਰ ਹੀ ਸੁੱਖ ਹੈ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਬਾਰ-ਬਾਰ ਮੈਂ ਕਾਬੇ ਗਿਆ ਯਾਰਤ ਕਰਨ ਵਾਸਤੇ। ਇੱਕ ਦਿਨ ਸਾਈਂ ਨਾਲ, ਰੱਬ ਨਾਲ, ਖੁਦਾ ਨਾਲ, ਅੱਲਾ ਨਾਲ ਰੋਸ ਕੀਤਾ, ਮੇਰੇ ਵਿੱਚ ਕੋਈ ਦੋਸ਼ ਤਾਂ ਦੱਸ, ਤੂੰ ਦਰਸ਼ਨ ਹੀ ਨਹੀਂ ਦਿੰਦਾ। ਇੰਨੀ ਵਾਰ ਹੱਜ ਕਰ ਲਿਆ, ਕੋਈ ਦੋਸ਼ ਹੈ ਤਾਂ ਦੋਸ਼ ਤਾਂ ਦੱਸੋ। ਮੈਂ ਘਰ ਦਾ ਕੰਮ ਛੱਡ ਕੇ, ਕਾਰੋਬਾਰ ਛੱਡ ਕੇ ਹੱਜ ਕਰਨ ਜਾਂਦਾ ਇੰਨੀ ਦੂਰ, ਤੇ ਹੱਜ ਕੀਤਿਆਂ ਦੀਦਾਰ ਨਹੀਂ ਉਹ ਹੋ ਰਹੇ, ਫਿਰ ਸਾਈਂ ਹੱਜ ਕਰਨ ਦਾ ਕੀ ਫਾਇਦਾ ਹੈ, ਦੱਸੋ ਦੋਸ਼ ਕੀ ਹੈ। ਕਹਿੰਦੇ ਫਿਰ ਅਗਲੀ ਵਾਰ ਉਹ ਸਾਈਂ ਖੁਦਾ ਦੇ ਦਰਸ਼ਨ ਹੋਏ, ਜਿਹੜਾ ਖੁਦਾ ਸੀ ਨਾ ਕਾਬੇ ਵਿੱਚ ਰਹਿੰਦਾ, ਉਹ ਮੇਰੇ ਨਾਲ ਲੜ ਪਿਆ। ਉਹ ਗੁੱਸੇ ਹੋ ਗਿਆ, ਲੜ ਕੇ ਮੋਹਰਿਓਂ ਖੁਦਾ ਬੋਲਿਆ, ਤੇ ਅੱਲਾਹ ਤਾਲਾ ਲੜ ਕੇ ਸਾਈਂ ਨੇ ਫਿਰ ਕਿਹਾ ਕਿ ਉਹ ਦੋ ਸ਼ਲੋਕ ਇਕੱਠੇ ਹੀ ਮਹਾਰਾਜ ਦੀ ਬਾਣੀ 'ਚ ਕਹਿੰਦੇ, ਕਬੀਰ ਹਜ ਕਾਬੇ ਹੋਏ ਹੋਏ ਗਿਆ, ਕੀਤੀ ਵਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਪੀਰ। ਹੁਣ ਖੁਦਾ ਬੋਲਿਆ, ਫਿਰ ਲੜ ਪਿਆ। ਹਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉ ਲੜ ਪਰਿਆ, ਤੁਝੇ ਕਿਨ ਫਰਮਾਈ ਗਾਏ। ਲੜ ਕੇ ਖੁਦਾ ਨੇ ਕਿਹਾ, ਤੈਨੂੰ ਕਿਨੇ ਫਰਮਾਇਆ, ਮੈਂ ਕੱਲਾ ਕਾਬੇ ਵਿੱਚ ਰਹਿਣਾ, ਮੈਂ ਤਾਂ ਹਰ ਹਿਰਦੇ ਵਿੱਚ ਰਹਿਣਾ, ਤੂੰ ਯਾਦ ਤਾਂ ਕਰ, ਮੈਂ ਤਾਂ ਅੰਦਰ ਰਹਿਣਾ। ਕਹਿੰਦੇ ਫਿਰ ਖੁਦਾ ਨੇ ਜੋ ਕਿਹਾ ਉਹ ਉਪਦੇਸ਼ ਹੁਣ ਅੱਗੇ ਫਿਰ ਭਗਤ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਕਿਹਾ। ਅੱਜ ਉਹਨਾਂ ਦਾ ਜਨਮ ਦਿਹਾੜਾ, ਤਾਂ ਮੈਂ ਇਹ ਸਾਰੇ ਸ਼ਬਦ ਲਵਾਂਗਾ। ਉਹ ਕਹਿੰਦੇ ਫਿਰ ਸਮਝ ਆਈ ਕਿ ਦੱਖਣ ਦੇਸ਼ ਹਰੀ ਕਾ ਵਾਸਾ। ਹਿੰਦੂ ਕਹਿੰਦੇ ਨੇ, ਠੀਕ ਹੈ, ਪੂਜਦੇ ਨੇ, ਪੂਜਣਾ ਚਾਹੀਦਾ, ਪਰ ਅਸਲੀਅਤ ਕੀ ਉਹ ਵੀ ਸੁਣ ਲਿਓ। ਪਛਮ ਵੱਲੇ ਮੁਕੰਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕੰਮਾ। ਖੁਦਾ ਨੇ ਲੜ ਕੇ ਕਿਹਾ, ਮੈਂ ਤਾਂ ਦਿਲ ਵਿੱਚ ਰਹਿਣਾ, ਦਿਲ ਨੂੰ ਖੋਜ, ਬਾਹਰ ਢੂੰਡਣ ਦੀ ਲੋੜ ਨਹੀਂ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕੰਮਾ। ਇੱਕ ਸ਼ਲੋਕ ਹੋਰ ਸੁਣਿਓ, ਸ਼ੇਖ ਸਬੂਰੀ ਬਾਹਰ ਕਿਆ ਹਜ ਕਾਬੇ ਜਾਏ। ਇਹ ਸ਼ੇਖ ਕਾਬੇ ਨੂੰ ਕਿਉਂ ਬਾਰ-ਬਾਰ ਭੱਜਦਾ? ਖੁਦਾ ਨੇ ਤਾਂ ਤੇਰਾ ਸਰੀਰ ਹੀ ਮਸੀਤ ਕਾਬਾ ਬਣਾਇਆ, ਉਹ ਅੰਦਰ ਹੀ ਰਹਿੰਦਾ। ਜਾਗੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਦਿਲ ਸਾਬਤ ਨਹੀਂ ਹੈ, ਦੁਬਦਾ ਹੈ, ਟੁੱਟਿਆ ਹੋਇਆ ਭਰਮ ਹੈ, ਤਾਂ ਕਿਵੇਂ ਤੈਨੂੰ ਖੁਦਾ ਮਿਲੇਗਾ?
ਸਾਬਤ ਚੀਜ਼ ਉੱਗਦੀ ਹੈ, ਦਲੀ ਹੋਈ ਚੀਜ਼ ਨਹੀਂ ਉੱਗਦੀ। ਦਾਲ ਦਲੀਓ ਪਾ ਦਿਓ, ਉੱਗਦੀ ਨਹੀਂ ਕਦੇ। ਦਾਣਾ ਕਣਕ ਦਾ ਦਲਿਓ ਪਾ ਦਿਓ ਜ਼ਮੀਨ 'ਚ, ਕਦੇ ਵੀ ਨਹੀਂ ਉੱਗਦਾ। ਸਾਬਤ ਦਾਣਾ ਉੱਗਦਾ। ਏਦਾਂ ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਭਗਤ ਕਬੀਰ ਸਾਹਿਬ ਬਨਾਰਸ ਵਿੱਚ ਰਹਿੰਦੇ ਨੇ। ਬਨਾਰਸ ਵਿੱਚ ਉਹਨਾਂ ਦਾ ਗੁਰੂ ਰਾਮਾਨੰਦ ਰਹਿੰਦਾ। ਉੱਚੀ ਜਾਤੀ ਕਰਕੇ ਰਾਜੇ ਨੇ ਪਾਬੰਦੀ ਲਾਈ ਹੈ ਵੀ ਸ਼ੂਦਰਾਂ ਨੂੰ ਤੂੰ ਆਪਣੀ ਪਾਠਸ਼ਾਲਾ 'ਚ ਨਹੀਂ ਬਾੜੇਗਾ, ਸ਼ੂਦਰ ਨੂੰ ਪੜ੍ਹਾ ਨਹੀਂ ਸਕਦਾ, ਸ਼ੂਦਰ ਨੂੰ ਨਾਮ ਨਹੀਂ ਦੇ ਸਕਦਾ। ਉਸ ਵਕਤ ਦੇ ਹਾਲਾਤ। ਰਾਮਾਨੰਦ ਅੰਦਰੋਂ ਰੱਬ ਨਾਲ ਜੁੜਿਆ ਹੋਇਆ ਹੈ, ਪਰ ਰਾਜੇ ਦੀ ਮਰਿਆਦਾ 'ਚ ਹੈ, ਕਿਉਂਕਿ ਰਾਜੇ ਨੇ ਉਹ ਧਰਮਸ਼ਾਲ ਬਣਾ ਕੇ ਦਿੱਤੀ ਹੈ। ਕਹਿੰਦੇ ਫਿਰ ਗੁਰੂ ਤੋਂ ਲੈਣ ਵਾਸਤੇ ਵੇਖੋ ਗੁਰੂ ਦੇ ਚਰਨ ਛੂਝਣ। ਗੁਰੂ ਇੱਕ ਬਚਨ ਵੀ ਕਹਿਦਾ, ਸਾਹਮਣੇ ਵਾਲਾ ਕਮਾਉਣ ਵਾਲਾ ਹੋਵੇ, ਇੱਕੋ ਹੀ ਬਚਨ ਜੇ ਸਾਬਤ ਦਿਲ ਨਾਲ ਕਮਾਈਏ ਤੇ ਕਿਤੇ ਦੀ ਕਿਤੇ ਪਹੁੰਚ ਜਾਈਦਾ। ਕਹਿੰਦੇ ਵੇਖੇ ਅੰਮ੍ਰਿਤ ਵੇਲੇ ਗੰਗਾ ਨਹਾਉਣ ਜਾਂਦਾ। ਕੌਣ? ਰਾਮਾਨੰਦ। ਕਬੀਰ ਸਾਹਿਬ ਰਸਤੇ ਵਿੱਚ ਲੇਟ ਗਏ। ਜਦੋਂ ਰਾਮਾਨੰਦ ਕੋਲ ਆਏ ਤਾਂ ਪੈਰ ਮਾਰ ਕੇ ਉਠਾ ਕੇ ਕਿਹਾ, ਉੱਠ ਰਾਮ ਕੇ ਰਾਮ ਬੋਲ। ਓ ਭਾਈ ਕੌਣ ਸੁੱਤਾ ਪਿਆ? ਉੱਠ ਰਾਮ ਕੇ, ਰੱਬ ਦੇ ਬੰਦਿਆ ਰਾਮ ਬੋਲ। ਜਦੋਂ ਨੇ ਕਿਹਾ ਰਾਮ ਬੋਲ, ਕਬੀਰ ਸਾਹਿਬ ਨੇ ਬੋਲਿਆ ਭਾਵ ਇੱਕ ਜਪਣ ਵਾਲੇ ਗੁਰੂ ਸਾਧੂ ਦੀ ਚਰਨ ਧੂੜ ਮਿਲੀ। ਚਰਨ ਲੱਗਦੇ ਉਹਦੀ ਜ਼ੁਬਾਨ ਤੋਂ ਕਿਹਾ, ਬੋਲ ਦੁਹਰਾਇਆ, ਉਹ ਕੰਮ ਕਰ ਗਿਆ। ਵਾਹਿਗੁਰੂ ਆਪਾਂ ਸਿੱਧਾ ਵੀ ਕਹਿ ਸਕਦੇ ਹਾਂ, ਪਰ ਮਾਫ ਕਰਿਓ ਇਹ ਗੁਰਮਤ ਦੀ ਪ੍ਰਕਿਰਿਆ ਹੈ। ਜਦੋਂ ਪੰਜ ਪਿਆਰੇ ਨਾਮ ਦਿੰਦੇ ਨੇ ਉਦੋਂ ਫਲੀਭੂਤ ਹੁੰਦਾ। ਤੁਸੀਂ ਸਿੱਧਾ ਵੀ ਜਪ ਸਕਦੇ ਹੋ ਵਾਹਿਗੁਰੂ, ਪਰ ਪੰਜ ਪਿਆਰਿਆਂ ਦਾ ਦਿੱਤਾ ਫਲੀਭੂਤ ਹੋਣਾ ਕਿਉਂ? ਉਹਨਾਂ ਵਿੱਚੋਂ ਗੁਰੂ ਵਰਤਦਾ। ਉਹ ਤੋਂ ਇਲਾਵਾ ਕਹੋ ਜੀ ਮੈਂ ਆਪੇ ਹੀ ਕਿਰਪਾਨ ਪਾ ਲਈ ਹੈ, ਆਪੇ ਹੀ ਮੈਂ ਸਤਨਾਮ ਵਾਹਿਗੁਰੂ ਕਹਿ ਲੈਣਾ, ਨਿਤਨੇਮੀ ਕਰਨਾ ਉਹ ਕਰ ਲਈਦਾ। ਨਹੀਂ, ਪੰਜ ਪਿਆਰੇ ਵੀ ਜ਼ਰੂਰੀ ਨੇ, ਕਿਉਂਕਿ ਗੁਰੂ ਉਹਨਾਂ ਵਿੱਚੋਂ ਗੁਰੂ ਰੂਪ ਵਰਤਦਾ। ਗੁਰੂ ਤੇ ਉਹ ਦਿੱਤੇ ਹੋਏ ਨਾਮ ਨਾਲ ਹੀ ਫਲੀਭੂਤ ਹੋਈਦਾ, ਆਪਣੇ ਆਪ ਨਹੀਂ। ਆਪਣੇ ਆਪ ਜਪਣ ਨਾਲ ਮਨ ਸ਼ੁੱਧ ਹੁੰਦਾ, ਚੰਗੀ ਗੱਲ ਹੈ, ਪਰ ਤੁਹਾਨੂੰ ਉਹ ਪ੍ਰਕਿਰਿਆ ਚੋਂ ਗੁਜ਼ਰਨਾ ਪਏਗਾ। ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਘਰ ਬੈਠਿਆਂ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਨੇ, ਪਰ ਡਿਗਰੀ ਲੈਣ ਲਈ ਕਿਸੇ ਯੂਨੀਵਰਸਿਟੀ ਵਿੱਚ ਦਾਖਲਾ ਭਰਨਾ ਪੈਂਦਾ, ਪੇਪਰ ਉਹਦੇ ਥਰੂ ਹੁੰਦੇ ਨੇ। ਘਰ ਬੈਠਿਆਂ ਨੌਲੇਜ ਹੋ ਸਕਦੀ ਹੈ ਕਿਸੇ ਕਿਤਾਬ ਦੀ। ਇਦਾਂ ਸਾਧ ਸੰਗਤ ਗੁਰੂ ਦੀ ਪ੍ਰਕਿਰਿਆ ਜ਼ਰੂਰੀ ਹੈ। ਭਾਈ ਗੁਰਦਾਸ ਸਾਹਿਬ ਲਿਖਦੇ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਹੋਏ ਵਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤੇ ਥਾਈ। ਪੈਰੀ ਟੋਂਬੋ ਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਝਰਨਾ ਝਰਦਾ ਨਿਜਰੋਂ, ਜਦੋਂ ਕਿਹਾ ਨਾ ਬੋਲ ਰਾਮ ਕੇ ਰਾਮ ਬੋਲ, ਬਸ ਉੱਥੋਂ ਹੀ ਫਿਰ ਝਰਨਾ ਚੱਲ ਪਿਆ। ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ, ਅਕੜ ਕੜਾਈ। ਫਿਰ ਕੀ ਹੋਇਆ? ਰਾਮ ਕਬੀਰ ਹੈ ਭੇਦ ਨਾ ਪਾਈ। ਉਹ ਗੁਰੂ ਦਾ ਦਿੱਤਾ ਨਾਮ ਜਪ ਕੇ ਰੱਬ ਵਿੱਚ ਤੇ ਕਬੀਰ ਵਿੱਚ ਭੇਦ ਨਾ ਰਿਹਾ, ਇੱਕਮਿਕ ਹੋ ਗਏ। ਫਿਰ ਭਗਤ ਕਬੀਰ ਸਾਹਿਬ ਨੇ ਕਿਹਾ, ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਇੱਕ ਭੈ ਹੈ, ਕੋਈ ਨਾ ਸਕੈ ਪਛਾਨੀ। ਜਦੋਂ ਗੁਰੂ ਨੇ ਮਿਹਰ ਦਾ ਹੱਥ ਰੱਖਿਆ, ਕਬੀਰ ਤੇ ਰੱਬ ਇੱਕ ਹੋ ਗਏ। ਇਸ ਲਈ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਅੰਮ੍ਰਿਤ ਜ਼ਰੂਰ ਛਕੋ, ਇਸ ਭੁਲੇਖੇ 'ਚ ਨਾ ਦਿਓ। ਕੱਲ ਇੱਕ ਕਈਆਂ ਦਾ ਸਵਾਲ ਹੈ ਜੀ, ਚਰਨ ਧੂੜ। ਚਰਨ ਧੂੜ ਗੁਰਮਤ ਵਿੱਚ ਵਡਿਆਈ ਹੈ। ਔਰ ਉਹ ਬੰਦਾ ਮੈਨੂੰ ਕਹਿੰਦਾ, ਭਾਈ ਸਾਹਿਬ ਜੀ ਪਿੰਡਾਂ 'ਚ ਇਸ ਗੱਲ ਦਾ ਝਗੜਾ ਹੁੰਦਾ ਵੀ ਲੋਕ ਹਰੇਕ ਦੀਆਂ ਜੁੱਤੀਆਂ ਚੁੱਕ ਕੇ ਮੱਥੇ ਨੂੰ ਲਾਈ ਜਾਂਦੇ ਨੇ। ਉਹ ਲੋਕ ਕਹਿੰਦੇ ਨੇ ਸਾਡੇ ਜੋੜੇ ਭਾਈ ਮੱਥੇ ਨੂੰ ਨਾ ਲਾਓ। ਮਾਫ ਕਰਿਓ, ਇਹ ਵੀ ਨੁਕਸ ਹੈ ਕਿ ਤੁਸੀਂ ਜੋੜਾ ਚੱਕ ਕੇ ਸਵੇਰੇ ਤਾਂ ਉਹਨਾਂ ਦਾ ਮੱਥੇ ਨੂੰ ਲਾਉਂਦੇ ਹੋ, ਤੇ ਦਿਨੇ ਉਹੀਓ ਪਿੰਡ ਦੇ ਬੰਦੇ ਹੁੰਦੇ ਨੇ, ਉਹੀਓ ਪਿੰਡ 'ਚ ਰਹਿੰਦੇ ਨੇ, ਦਿਨੇ ਉਹਨਾਂ ਨੂੰ ਵੱਢ ਖਾਣ ਨੂੰ ਪੈਂਦੇ ਹੋ। ਫਿਰ ਉਹ ਜੋੜੇ ਮੱਥੇ ਨੂੰ ਲਾਉਣ ਦਾ ਕੀ ਫਾਇਦਾ? ਸਵੇਰੇ ਗੁਰਦੁਆਰੇ ਚੁੱਕ ਕੇ ਜੋੜਾ ਮੱਥੇ ਨੂੰ ਲਾਇਆ, ਦਿਨੇ ਸਾਰਾ ਦਿਨ ਉਹਨੂੰ ਜ਼ਹਿਰ ਨਾਲ ਵੇਖਿਆ, ਉਹਨੂੰ ਵੱਢ ਖਾਣ ਨੂੰ ਪੈਂਦੇ ਹੋ। ਉਹ ਜੋੜੇ ਲਾਉਣ ਦਾ ਫਾਇਦਾ ਨਹੀਂ। ਹਾਂ, ਚਰਨ ਧੂੜ ਜੋੜੇ ਮਸਤਕ ਲਾਉਣ ਦੀ ਜਿਹੜੀ ਗੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਹਿਲਾਂ ਪੁੱਛ ਲਓ ਵੀ ਚਰਨ ਧੂੜ ਲੈਣੀ ਕਿਹਦੀ ਹੈ। ਇਹ ਨਾ ਹੋਵੇ ਜਿਹੜਾ ਸਵੇਰੇ ਰੱਜ ਕੇ ਪਹਿਲਾਂ ਰਾਤੀ ਸੁੱਤਾ ਹੋਵੇ, ਉਹਦੀ ਸਵੇਰ ਤੱਕ ਉਤਰੀ ਨਾ ਹੋਵੇ। ਉਹ ਤਾਂ ਵਿਚਾਰਾ ਆਪਣੀ ਭੁੱਲ ਬਖਸ਼ਾਉਣ ਲਈ ਮੱਥਾ ਟੇਕਣ ਗਿਆ, ਜੋੜਾ ਚੱਕ ਕੇ ਉਹਦਾ ਮੱਥੇ ਨੂੰ ਲਾ ਰਹੇ ਹੋ, ਉਹ ਤੁਹਾਡਾ ਕੀ ਸਵਾਰੇਗਾ? ਜਿਹੜਾ ਆਪ ਬੰਦਾ ਨਸ਼ੇ 'ਚ ਟੁੰਨ ਹੈ, ਅਜੇ ਸਵੇਰੇ ਚੰਗੀ ਤਰ੍ਹਾਂ ਉਤਰੀ ਨਹੀਂ, ਉਹ ਤਾਂ ਆਪਣੀ ਭੁੱਲ ਬਖਸ਼ਾਉਣ ਗੁਰਦੁਆਰੇ ਗਿਆ। ਤੁਸੀਂ ਜੋੜਾ ਚੁੱਕ ਕੇ ਮਸਤਕ ਨੂੰ ਲਾਓ,
ਉਹ ਜੋੜਾ ਕੀ ਸਵਾਰੇਗਾ। ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਈਏ, ਮਹਾਰਾਜ ਚਰਨ ਧੂੜ ਕਿਹਨਾਂ ਦੀ ਲੈਣੀ ਹੈ। ਪਾਤਸ਼ਾਹ ਕਹਿਣਗੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਜੇ ਫਿਰ ਚਰਨ ਧੂੜ ਲੈਣੀ, ਨਿਮਰਤਾ ਹੋਣੀ ਚਾਹੀਦੀ ਹੈ। ਇਹਨੂੰ ਬਾਹਰੀ ਤੌਰ ਤੇ ਪਖੰਡ ਨਹੀਂ। ਅੱਜ ਪਾਤਸ਼ਾਹ ਨੇ ਇਹੋ ਗੱਲ ਕਹੀ, ਔਗਣ ਛੱਡ ਗੁਣਾਂ ਵੱਲ ਤੁਰ। ਰਹਾਉ ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛੁਤਾਹੀ ਜੀਉ। ਹੇ ਮਨ ਔਗਣ ਛੱਡ, ਗੁਣਾਂ ਨੂੰ ਧਾਰਨ ਕਰ। ਔਗਣ ਕਰਨ ਨਾਲ ਤੇਰੇ ਪੱਲੇ ਪਛਤਾਵਾ ਹੀ ਪੈਣਾ ਹੈ। ਸਾਰੇ ਅਪਸਰ ਕੀ ਸਾਰ ਨਾ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਉ। ਉਹਦੇ ਵਾਸਤੇ ਹਜ਼ੂਰ ਨੇ ਕਿਹਾ ਗੁਰੂ ਕੋਲੋਂ ਸਿੱਖ। ਗੁਣ ਔਗਣ ਕੀ ਹੈ, ਸਰ ਅਪਸਰ ਚੰਗਾ ਮਾੜਾ ਕੀ ਹੈ। ਜੇ ਤੂੰ ਨਾ ਸਿੱਖਿਆ, ਵਾਰ-ਵਾਰ ਚੰਗੇ ਮਾੜੇ ਇਹਨਾਂ ਕਰਮਾਂ ਵਿੱਚ ਪੈ ਕੇ ਤੈਨੂੰ ਚੰਗੇ ਮਾੜੇ ਦੀ ਪਹਿਚਾਣ ਨਹੀਂ, ਮਾੜੇ ਕਰਮਾਂ ਦੇ ਚਿੱਕੜ ਵਿੱਚ ਵਾਰ-ਵਾਰ ਡੁੱਬਦਾ ਰਹੇਗਾ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਉ। ਸਤਨਾਮ ਸ੍ਰੀ ਵਾਹਿਗੁਰੂ। ਉਹੀਓ ਗੱਲ ਆ ਗਈ, ਅੰਤਰ ਮਹਿਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜਿਉ। ਬਾਹਰੋਂ ਪਖੰਡ ਕਰਨ ਦਾ ਕੀ ਫਾਇਦਾ, ਬਾਹਰੋਂ ਚੁੱਕੇ ਆ ਵੀ ਕਰ ਰਹੇ, ਆ ਵੀ ਕਰ ਰਹੇ, ਅੰਦਰ ਮਹਿਲ ਹੈ, ਕਪਟ ਹੈ, ਦੂਜੇ ਨਾਲ ਈਰਖਾ ਦਵੈਸ਼ ਹੈ। ਦਿਨੇ ਉਹਨੂੰ ਮਾੜਾ ਕਹਿੰਦੇ ਹੋ, ਸਵੇਰੇ ਕਹਿੰਦੇ ਉਹਦੇ ਜੋੜੇ ਮੱਥੇ ਨੂੰ ਲਾ ਲਈਏ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹ ਅੰਦਰ ਦੀ ਮੈਲ ਲੋਭ ਝੂਠ ਛੱਡਣਾ ਪਏਗਾ। ਇਹ ਬਾਹਰੋਂ ਨਹਾਉਣ ਦਾ ਕੋਈ ਲਾਭ ਨਹੀਂ ਹੈ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਉ। ਕਹਿੰਦੇ ਗੁਰੂ ਦੇ ਰਾਹੀਂ ਮੈਲ ਲਾਉਣ ਵਾਲਾ ਨਾਮ, ਨਿਰਮਲ ਨਾਮ ਜਪ ਰੋਜ਼, ਅੰਤਰ ਕੀ ਗਤ ਤਾਹੀ ਜੀਓ। ਫਿਰ ਤੇਰੇ ਅੰਦਰ ਦੀ ਗਤੀ ਭਾਵ ਮੁਕਤੀ ਹੋ ਜਾਏਗੀ। ਫਿਰ ਇਹ ਮੈਲ ਝੂਠ ਲੋਭ ਵਿਕਾਰ ਇਹ ਉਤਰਨੇ ਸ਼ੁਰੂ ਹੋ ਜਾਣਗੇ। ਇਸ ਲਈ ਚਿੱਤ ਜੋੜ ਕੇ ਮਨ ਨੂੰ ਜਪਾਇਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਮਨ ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲ ਹਰੀਏ। ਚਿੱਤ ਜੋੜ ਕੇ ਗੁਰੂ ਦਾ ਨਿਰਮਲ ਨਾਮ ਜਪ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਉ। ਜੇ ਤੂੰ ਉਸ ਅੰਮ੍ਰਿਤ ਤੱਕ ਪਹੁੰਚਣਾ, ਜਿਹਨੂੰ ਕਿਹਾ ਜਿਸ ਜਲਨਿਧ ਕਾਰਨ ਤੁਮ ਜਗ ਆਏ, ਫਿਰ ਉਹਦੇ ਵਾਸਤੇ ਕਿਹਾ ਪਰ ਹਰ ਲੋਭ, ਲੋਭ ਵੀ ਛੱਡ, ਨਿੰਦਾ ਵੀ ਛੱਡ, ਕੂੜ ਵੀ ਛੱਡ, ਇਹ ਸਭ ਕੁਝ ਤਿਆਗ, ਗੁਰੂ ਦੇ ਬਚਨ ਧਾਰਨ ਕਰ, ਗੁਰੂ ਦਾ ਉਪਦੇਸ਼ ਸੁਣ, ਤੈਨੂੰ ਫਲ ਪ੍ਰਾਪਤ ਹੋਵੇ। ਜਿਉ ਭਾਵੈ ਤਿਉ ਰਾਖੋ ਹਰ ਜੀਉ, ਜਨ ਨਾਨਕ ਸ਼ਬਦ ਸਲਾਹੀ ਜੀਉ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਜਿਵੇਂ ਹੈ ਅਕਾਲ ਪੁਰਖ ਵਾਹਿਗੁਰੂ ਤੈਨੂੰ ਭਾਉਂਦਾ ਤਿਵੇਂ ਤੂੰ ਰੱਖਦਾ ਹੈ। ਅਸੀਂ ਤਾਂ ਸ਼ਬਦ ਦੀ ਸਲਾਹਨਾ ਕਰਨੀ ਹੈ, ਉਸ ਦਾ ਵਡਿਆਈ ਕਰਨੀ ਹੈ। ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਫਿਰ ਉਵੇਂ ਉਹ ਰੱਖ ਲੈਂਦਾ, ਪਰ ਜੀਵ ਦਾ ਫਰਜ਼ ਹੈ ਉਹ ਸ਼ਬਦ ਦੀ ਵਡਿਆਈ ਕਰੇ, ਨਾਮ ਜਪੇ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ, ਫਿਰ ਉਹਨੂੰ ਰੱਖ ਲੈਂਦਾ। ਅਰਦਾਸ ਕਰਨੀ ਸਾਧ ਸੰਗਤ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ। ਕਿਉਂ? ਸਰੀਰ ਦੇ ਰੋਗ ਕੋਈ ਡਾਕਟਰ ਬਾਹਰੋਂ ਦਵਾਈ ਦੇ ਸਕਦਾ, ਸੁਰਤੀ ਦੇ ਰੋਗਾਂ ਦੀ ਕਿਸੇ ਡਾਕਟਰ ਕੋਲ ਦਵਾਈ ਨਹੀਂ। ਕਹਿ ਦੋ ਜਾ ਕੇ ਮੈਨੂੰ ਗੁੱਸਾ ਬਹੁਤ ਆਉਂਦਾ ਹੈ, ਬੀਪੀ ਦੀ ਦਵਾਈ ਦੇ ਦੇਗਾ, ਕ੍ਰੋਧ ਦੀ ਕੋਈ ਦਵਾਈ ਨਹੀਂ। ਕਹੋ ਜਾ ਕੇ ਮੇਰੇ ਮਨ 'ਚ ਮਾੜੇ ਖਿਆਲ ਆਉਂਦੇ ਨੇ, ਕਿਸੇ ਡਾਕਟਰ ਕੋਲ ਕੋਈ ਦਵਾਈ ਨਹੀਂ। ਕਹੋ ਮੇਰੀਆਂ ਅੱਖਾਂ ਆ ਕੁਝ ਬੁਰਾ ਵੇਖਦੀਆਂ, ਕਿਸੇ ਡਾਕਟਰ ਕੋਲ ਕੋਈ ਦਵਾਈ ਨਹੀਂ। ਸੁਰਤੀ ਦੇ ਰੋਗਾਂ ਦੀ ਕੋਈ ਗੁਰੂ ਵੈਦ ਕੋਲ ਦਵਾਈ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਦਵਾਈ ਵੀ ਇੱਕੋ ਹੈ, ਸਰਬ ਰੋਗ ਕਾ ਔਖਦ ਨਾਮ। ਉਹ ਸੁਰਤੀ ਦੇ ਰੋਗਾਂ ਦਾ ਇਲਾਜ ਕਰਦਾ, ਪਰ ਕਹਿਣਾ ਪੈਂਦਾ ਉਹਨੂੰ ਜਾ ਕੇ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤਿੰਨ ਕੋ ਢਾਰੋ, ਆਪਨ ਨਿਕਟ ਬੁਲਾਵੋ। ਪਾਤਸ਼ਾਹ ਕਿਰਪਾ ਕਰੋ, ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਔਰ ਬਹੁਤ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ, ਸਾਧ ਸੰਗਤ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਸੇਵਾ ਬਖਸ਼ੀ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਸਾਨੂੰ ਇਹ ਮਤ ਬੁੱਧ ਬਖਸ਼ਿਸ਼ ਕਰੋ, ਅਸੀਂ ਦੱਸੇ ਹੋਏ ਮਾਰਗ ਉੱਤੇ ਤੁਰ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਰਨ, ਇਹ ਜੀਵਨ ਜਨਮ ਜੋ ਪ੍ਰਾਪਤ ਹੋਇਆ, ਰਹਿੰਦਾ ਸਮਾਂ ਸਵਾਸ ਗੁਰੂ ਦੇ ਬਚਨ ਮਾਰਗ ਤੇ ਤੁਰ ਕੇ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ ਜੀ। ਹਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।